सेव कीती संतोखी, जिन्नी सचो सच ध्याया, ओनी मंदे पैर ना रखियो, कर सो किरत धर्म कमाया। ओने दुनिया तोड़े बंधना, अन्न पानी थोड़ा खाया, तू बख्शीसी अगला, नित देवै चढ़ै सबाया, वडियाई बड़ा पाया। बाबा जी अपनी बाणी अंदर कृपा करते हैं। बिन सतगुर सोझी ना पवै, ये जेड़ी जीव नूं सोझी है चंगे मार्ग ते चलण वास्ते, चंगे पुरसां दी संगत करन वास्ते, बिन सतगुर सोझी ना पवै, हंकार ना विचों जाए। ये हंकार दा भरिया पिया। ये कहंदा मेरे च बड़े गुण है, मैं बड़ा वड्डा है, मेरे कोले माया बड़ी है, बड़े बड़े तरीकों के फुरने बनाउंदा। इनू जेड़े पंज इंद्रे है ये अपने अपने पासे नू खिच्ची फिरदे आ। काम, क्रोध, लोभ, मोह, हंकार। बाबा जी कृपा करते सी भाई, किनू सोझी पैंदी है? जेड़ा गुरु घर दे विच आउंदा है, महापुरुषां दी संगत करदा है, फिर उन्हां विचारां नूं अपने हिरदे विच थां दिंदा है। बिन सतगुर सोझी ना पवै, हंकार ना विचों जाए। सतगुरु तो बगैर ये सोझी नहीं पै सकती। ते महापुरुष वो एवें तो बने नहीं होंदे। महापुरुष कई एवें भी बने होंदे आ। बाबा ईसर सिंह जी महाराज, आपां इन्हां वल निशाना ला लईए। बाबा नंद सिंह जी महाराज की सेवा की, छोटी अवस्था विच आके 3 भब्बे पढ़े, भब्बा भुल गया, भब्बा भाणा, भब्बा भला, ये 3 भब्बे पढ़े। घर वालों त्याग किया, थोड़ा खाधा, ते तां बाबा जी दे विच ये गुण घटे। किहड़े गुण? सेव कीती संतोखी, जिन्नी सचो सच ध्याया, ओनी मंदे पैर ना रखियो, कर सो किरत धर्म कमाया। ओनी दुनिया तोड़े बंधना, अन्न पानी थोड़ा खाया, वडियाई बड़ा पाया। ये किहदे विच गुण सी? धन धन बाबा ईसर सिंह जी महाराज विच, बाबा नारायण सिंह जी महाराज विच। जे असीं इन्हां महापुरुषां दी संगत करते हैं, जिन्हां ने सतगुरु नूं पाया, वो साडे भी पल्ले पा सकते हैं, साडे ते भी मेहर कर सकते हैं। बिन सतगुर सोझी ना पवै,
ਬਿਨਾਂ ਮਹਾਂਪੁਰਸ਼ਾਂ ਦੀ ਸੰਗਤ ਤੋਂ, ਸਤਿਗੁਰੂ ਦੀ ਬਾਣੀ ਤੋਂ ਬਗੈਰ ਇਹ ਜੀਵ ਨੂੰ ਸੋਝੀ ਨਹੀਂ ਪੈਂਦੀ। ਬਿਨ ਸਤਿਗੁਰ ਸੋਝੀ ਨਾ ਪਵੈ, ਹੰਕਾਰ ਨਾ ਵਿੱਚੋਂ ਜਾਏ। ਹੰਕਾਰੀਆਂ ਨੂੰ ਦੁੱਖ ਭੁੱਖ ਹੈ। ਜਿਹੜਾ ਹੰਕਾਰੀ ਬੰਦਾ ਹੈ ਉਹਨੂੰ ਦੁੱਖ ਵੀ ਬੜਾ ਹੁੰਦਾ ਹੈ, ਉਹਨੂੰ ਭੁੱਖ ਵੀ ਬੜੀ ਹੁੰਦੀ ਹੈ। ਦੁੱਖ ਕੀ ਹੁੰਦਾ ਹੈ? ਉਹ ਕਿਸੇ ਨੂੰ ਜਰ ਨਹੀਂ ਸਕਦਾ। ਭੁੱਖ ਕੀ ਹੈ? ਲੋਕਾਂ ਦੇ ਘਰੀ ਤੁਰੇ ਫਿਰਨਾ, ਮੰਗਦੇ ਫਿਰਨਾ, ਕੋਈ ਢੰਗ ਤਰੀਕਾ ਬਣਾ ਕੇ ਰੱਖਣਾ, ਕਿਹੜੇ ਤਰੀਕੇ ਦੇ ਨਾਲ ਸਾਡੇ ਕੁਛ ਹੱਥ ਪੱਲੇ ਲੱਗੇ। ਇਹੋ ਜਿਹਾ ਦਿਮਾਗ ਬਣਾ ਕੇ ਰੱਖਣਾ। ਹੰਕਾਰ ਨਾ ਵਿੱਚੋਂ ਜਾਏ। ਹੰਕਾਰੀਆਂ ਨੂੰ ਦੁੱਖ ਭੁੱਖ ਹੈ। ਹੱਥ ਟੱਡਾ ਘਰ ਘਰ ਮੰਗਾਏ। ਉਹ ਫਿਰ ਘਰ ਘਰ ਮੰਗਦੇ ਫਿਰਦੇ ਆ, ਇੱਕ ਦੂਜੇ ਨੂੰ ਸੁਨੇਹੇ ਭੇਜਦੇ ਆ, ਬਈ ਫਲਾਣੇ ਨੂੰ ਕਹੀਂ ਮੈਂ ਘਰੇ ਆਉਣਾ ਉਹਨਾਂ ਦੇ। ਜਾਣਾ ਕਾਹਦੇ ਵਾਸਤੇ ਹੈ? ਕੁਛ ਮੰਗਣ ਵਾਸਤੇ। ਹੱਥ ਟੱਡਾ ਘਰ ਘਰ ਮੰਗਾਏ। ਕੂੜ ਠੱਗੀ ਗੁੱਝੀ ਨਾ ਰਹਿ, ਮਲੰਮਾ ਪਾਜ ਲੈ ਜਾਏ। ਜਿਉ ਲੋਹਾ ਪਾਰਸ ਭੇਟੀਐ, ਮਿਲ ਸੰਗਤ ਸਵਰਨ ਹੋ ਜਾਏ। ਆ ਨਕਲੀ ਜਿਹਾ ਸਿਉਣਾ ਹੁੰਦਾ ਹੈ, ਇਹਦੇ ਨਾਲ ਇਹ ਮਲੰਮਾ ਲੈ ਵੀ ਜਾਂਦਾ। ਜਿਉ ਲੋਹਾ ਪਾਰਸ ਭੇਟੀਐ, ਮਿਲ ਸੰਗਤ ਸਵਰਨ ਹੋ ਜਾਏ। ਫਿਰ ਜਿਹੜਾ ਪਾਰਸ ਹੁੰਦਾ, ਜੇ ਉਹ ਸਿਉਨੇ ਦੀ ਉਹਨੂੰ ਸੰਗਤ ਹੋ ਗਈ ਤਾਂ ਲੋਹੇ ਦੀ, ਤਾਂ ਉਹ ਸਿਉਨਾ ਬਣ ਗਿਆ। ਪਰ ਜਿਹੜਾ ਪਾਰਸ ਆ ਉਹ ਨਹੀਂ ਸਿਉਨਾ ਬਣਦਾ। ਉਹ ਸਿਉਨਾ ਬਣਾ ਸਕਦਾ। ਬਾਬਾ ਜੀ ਆਪਣੀ ਬਾਣੀ ਅੰਦਰ ਸਮੱਤ ਦਿੰਦੇ ਆ, ਜਿਉ ਲੋਹਾ ਪਾਰਸ ਭੇਟੀਐ, ਮਿਲ ਸੰਗਤ ਸਵਰਨ ਹੋ ਜਾਏ। ਬੰਦਾ ਸੰਗਤ ਕਰਦਾ, ਗੁਰੂ ਘਰ ਵਿੱਚ ਆਉਂਦਾ, ਚੰਗੇ ਵਿਚਾਰਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦਿੰਦਾ। ਫਿਰ ਬਾਬਾ ਜੀ ਕਹਿੰਦੇ ਸੀ ਭਾਈ ਉਹ ਸਵਰਨ ਵੀ ਬਣ ਜਾਂਦਾ, ਉਹਨੂੰ ਫਿਰ ਸੋਝੀ ਵੀ ਪੈ ਜਾਂਦੀ ਹੈ, ਉਹਦੇ ਤੇ ਗੁਰੂ ਨਾਨਕ ਦੀ ਮਿਹਰ ਵੀ ਹੋ ਜਾਂਦੀ ਹੈ। ਗੁਰੂ ਨਾਨਕ ਤਾਂ ਕਿਤੇ ਗਏ ਨਹੀਂ, ਉਹ ਕਿੱਥੇ ਹੈ? ਬਾਬਾ ਜੀ ਇਸ਼ਾਰਾ ਕਰਦੇ ਸੀ ਸੱਚਖੰਡ ਵੱਲ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਹੈ। ਜਿਸ ਕੀ ਬਾਣੀ ਤਿਸ ਮੈਂ ਸਮਾਣੀ। ਬਾਣੀ ਵਿੱਚ ਸਮਾਏ ਹੋਏ ਹੈ। ਵਰਤਦੇ ਕਿਹਦੇ ਰਾਹੀਂ ਹੈ? ਆਪਣੇ ਪਿਆਰਿਆਂ ਰਾਹੀਂ। ਨਾਨਕ ਗੁਪਤ ਵਰਤਦਾ, ਪ੍ਰਗਟ ਸੰਤ ਜਨ। ਹੁਣ ਕਈ ਬਾਜਿਆਂ ਤੇ ਬੈਠਣ ਵਾਲੇ ਆਪਣੇ ਕਾਰਡ ਬਣਾਈ ਫਿਰਦੇ ਆ, ਉੱਤੇ ਸੰਤ ਲਿਖਾਈ ਫਿਰਦੇ ਆ ਥਾਂ ਥਾਂ ਤੇ। ਸੰਤਾਂ ਦੀ ਭਾਸ਼ਾ ਦਾ ਪਤਾ ਹੋਣਾ ਚਾਹੀਦਾ। ਬਾਬਾ ਜੀ ਕਹਿੰਦੇ ਆਪਣਾ ਆਪ ਵਾਰਿਆ ਹੋਵੇ, ਆਪ ਗਵਾਈਐ ਤਾਂ ਸਹੁ ਪਾਈਐ। ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤਰਾਈ। ਇਹ ਘਰ ਇਹੋ ਜਿਹਾ ਹੈ ਤੇ ਅਸੀਂ ਨਾਲੇ ਦੂਜਾ ਸਵਾਦ ਭਾਲਦੇ ਆ, ਨਾਲੇ ਇੱਧਰਲਾ ਸਵਾਦ ਭਾਲਦੇ ਆ।
ਬਾਬਾ ਜੀ ਫਿਰ ਕਿਰਪਾ ਕਰਦੇ ਸੀ, ਇਹ ਰਸ ਸੋਡਾ ਉਹ ਰਸ ਭਾਵੈ, ਫਿਰ ਉਹ ਰਸ ਨਾ ਆਵੈ। ਕਿਹੜਾ ਰਸ? ਦੁਨਿਆਵੀ। ਨਾਲੇ ਤਾਂ ਦੁਨਿਆਵੀ ਰਸ ਭੋਗਦੇ ਆ, ਨਾਲੇ ਉੱਤੇ ਫਿਰ ਸੰਤ ਕਹਾਉਣਾ। ਕੇਰਾ ਕਬੀਰ ਜੀ, ਅੱਜ ਕਬੀਰ ਜੀ ਦਾ ਜਨਮ ਦਿਨ ਵੀ ਆ, ਉਹਨਾਂ ਦਾ ਕੋਈ ਬਚਨ ਸੁਣਾ ਦਈਏ। ਕਬੀਰ ਜੀ ਨਾਲੇ ਜਲਾਹਾ ਸੀ ਜਾਤ ਦਾ, ਜਿਹੜੇ ਭਗਤ ਸੀ ਉਹ ਆਪਣੀ ਜਾਤ ਨਹੀਂ ਸੀ ਲੁਕਾਉਂਦੇ, ਉਹਨਾਂ ਨੂੰ ਕੋਈ ਵੱਡੇ ਛੋਟੇ ਤਿੱਕਰ ਨਹੀਂ ਸੀ, ਉਹ ਰੱਬ ਦੇ ਪਿਆਰੇ ਸੀ। ਉਹਨਾਂ ਨੂੰ ਸਤਿਗੁਰ ਮਿਲਿਆ ਹੋਇਆ ਸੀ, ਸੋਝੀ ਪਈ ਹੋਈ ਸੀ। ਤੇ ਕਬੀਰ ਜੀ ਕੋਲੇ ਕੋਈ ਆ ਗਿਆ, ਕਹਿੰਦਾ ਕਬੀਰ ਜੀ ਮੈਂ ਸੋਥੋਂ ਅੱਜ ਇੱਕ ਗੱਲ ਪੁੱਛਣੀ ਹੈ। ਉਹ ਕਹਿੰਦੇ ਪੁੱਛੋ। ਪੁੱਛੋ ਸਾਤੋਂ ਕੀ ਪੁੱਛਣਾ ਹੈ? ਉਹ ਕਹਿੰਦੇ ਛੋਟੀ ਬਾਵਾ ਬਾਵਾ ਬੜੀ ਹੁੰਦੀ ਹੈ, ਇਹਦੀ ਕੋਈ ਸਾਨੂੰ ਵੀ ਜੁਗਤੀ ਮੁਕਤੀ ਦੱਸ ਦਿਓ। ਬਈ ਤੁਹਾਡੀ ਇੰਨੀ ਵਾਹਵਾ ਵਾਹਵਾ ਹੁੰਦੀ ਹੈ ਤੇ ਸਾਨੂੰ ਵੀ ਕੋਈ ਇਹੋ ਜਿਹੀ ਗੱਲ ਦੱਸ ਦਿਓ ਜਿਹਦੇ ਨਾਲ ਸਾਡੀ ਵੀ ਹੋ ਜੇ। ਤੇ ਕਬੀਰ ਜੀ ਕਹਿਣ ਲੱਗੇ ਤੁਹਾਨੂੰ ਹੀ ਦੱਸੀਏ ਜਾਂ ਕਰਕੇ ਦੱਸੀਏ? ਕਹਿੰਦੇ ਜੀ ਥੋੜੀ ਜਿਹੀ ਕਰਕੇ ਦੱਸ ਦਿਓ ਤਾਂ ਬਾਹਲਾ ਵਧੀਆ। ਕਬੀਰ ਜੀ ਨੇ ਮਾਈ ਲੋਈ ਨੂੰ ਸੱਦਿਆ। ਲੋਈ ਸੀ ਉਹਨਾਂ ਦੇ ਘਰ ਵਾਲੀ ਮਾਈ। ਉਹਨੂੰ ਕਹਿਣ ਲੱਗੇ ਲੋਈ ਜੀ ਆ ਕੜਾਈਆ ਚੱਕੋ, ਰੰਬਾ ਵੀ ਲੈ ਜਾਓ, ਇਹ ਮਿੱਟੀ ਦਾ ਭਰ ਕੇ ਲਿਆਓ, ਚੌਂਕਣੀ ਦਾ ਲਿਆ ਕੇ ਇਸ ਨੂੰ ਚੰਗੀ ਤਰ੍ਹਾਂ ਕੁੱਟੋ, ਕੁੱਟ ਕੇ ਕਾਪੜ ਸਾਣ ਕਰੋ। ਕਾਪੜ ਸਾਣ ਕਰਕੇ ਫਿਰ ਇਹਨੂੰ ਚੰਗੀ ਤਰ੍ਹਾਂ ਗੁੰਨੋ ਤੇ ਗੁੰਨ ਕੇ ਵਿੱਚ ਘਿਓ ਵੀ ਪਾਓ ਥੋੜ੍ਹਾ ਜਿਹਾ। ਫਿਰ ਇਹ ਦੀਵੇ ਬਣਾ ਕੇ ਰੱਖੋ ਤੇ ਉਹਨਾਂ ਦੀਵਿਆਂ ਨੂੰ ਜਗਾ ਕੇ ਬੱਤੀ ਬਣਾ ਕੇ ਜਿੱਥੋਂ ਮਿੱਟੀ ਲੈ ਕੇ ਆਏ ਸੀ ਉੱਥੇ ਹੀ ਰੱਖਿਓ। ਇੰਨਾ ਕੁਛ ਕਬੀਰ ਜੀ ਨੇ ਸਮਝਾਇਆ ਮਾਈ ਲੋਈ ਨੂੰ। ਉਹ ਸੱਤ ਬਚਨ ਕਹਿੰਦੀ ਰਹੀ, ਉਹ ਭਾਈ ਸੁਣੀ ਵੀ ਜਾਂਦਾ ਕੋਲੇ। ਉਹ ਮਾਈ ਨੇ ਸਾਰਾ ਕੁਛ ਐਂ ਕੀਤਾ। ਪਹਿਲਾਂ ਵਿਚਾਰੀ ਮਿੱਟੀ ਲੈ ਕੇ ਆਈ, ਫਿਰ ਉਹਨੂੰ ਲਿਆ ਕੇ ਕੁੱਟਿਆ, ਬਰੀਕ ਕੀਤਾ, ਕਾਪੜ ਸਾਣ ਕੀਤਾ, ਆਟਾ ਉਹਨੂੰ ਗੁੰਨਿਆ, ਮਿੱਟੀ ਨੂੰ ਗੁੰਨ ਕੇ ਵਿੱਚ ਘਿਓ ਪਾਇਆ, ਦੀਵੇ ਬਣਾ ਕੇ ਜਗਾ ਕੇ ਉਹ ਜਗ੍ਹਾ 'ਤੇ ਰੱਖਿਆ ਜੀ। ਫਿਰ ਆ ਕੇ ਹੱਥ ਜੋੜ ਕੇ ਖੜ ਗਈ, ਹੋਰ ਹੁਕਮ ਸਾਈਂ ਜੀ, ਹੋਰ ਹੁਕਮ ਕਰੋ। ਕਹਿੰਦੇ ਬਸ ਇੰਨਾ ਹੀ ਸੀ। ਉਹ ਜਿਹੜਾ ਭਾਈ ਆਇਆ ਸੀ ਕੋਲੇ, ਉਹਨੂੰ ਕਹਿਣ ਲੱਗੇ ਵੀ ਤੇਰੇ ਦਿਮਾਗ 'ਚ ਬੜੀ, ਇਹ ਮੇਰੇ ਘਰ ਵਾਲੀ ਆ, ਇਹਨੇ ਮੇਰਾ ਇੰਨਾ ਹੁਕਮ ਮੰਨਿਆ, ਸੱਤ ਵਚਨ ਕਿਹਾ ਸਰ ਗੱਲ 'ਚ, ਤੂੰ ਇਹ ਕਰਕੇ ਵੇਖ ਲਾ। ਜੇ ਤੇਰੇ ਘਰ ਵਾਲੀ ਮੰਨੇਗੀ ਤਾਂ ਤੈਨੂੰ ਵੀ ਲੋਕ ਚੰਗਾ ਕਹਿਣ ਲੱਗ ਜਾਣਗੇ। ਉਹ ਕਹਿੰਦੇ ਤਾਂ ਗੱਲ ਹੀ ਬੜੀ ਸੌਖੀ ਆ, ਇਹ ਕੀ ਔਖਾ ਕੰਮ ਹੈ। ਜਾ ਵੜਿਆ ਘਰੇ ਤੇ ਜਾ ਕੇ ਘਰ ਵਾਲੀ ਨੂੰ ਕਹਿੰਦਾ ਲੈ ਗੱਲ ਸੁਣ ਲਾ ਭਾਗਵਾਨੇ, ਐਵੇਂ ਲੋਕ ਕਬੀਰ ਕਬੀਰ ਕਹੀ ਜਾਂਦੇ ਆ, ਕਬੀਰ ਬਣਨਾ ਕੀ ਔਖਾ ਹੈ। ਲੈ ਤੂੰ ਗੱਲ ਇਹ ਹੈ ਵੀ ਮੇਰਾ ਬਚਨ ਨਾ ਮੋੜੀ। ਕਹਿੰਦੀ ਚੰਗਾ। ਉਹਨੂੰ ਰੰਬਾ ਲਿਆ ਕੇ ਕਹਿੰਦਾ ਚੱਕ ਰੰਬਾ, ਤੇ ਜਾ ਕੇ ਮਿੱਟੀ ਪੱਟ ਕੇ ਲਿਆ ਚੌਂਕਣੀ ਜੀ। ਉਹਨੇ ਰੰਬਾ ਤੇ ਕੜਾਈਆ ਚੱਕ ਤਾਂ ਲਿਆ, ਖੜ ਗਈ। ਖੜ ਕੇ ਕਹਿੰਦੀ ਗੱਲ ਸੁਣ, ਇਹ ਕੰਮ ਬੰਦਿਆਂ ਦਾ ਕਿ ਮਾਈਆਂ ਦਾ, ਬੁੜੀਆਂ ਦਾ? ਉਹ ਕਹਿੰਦਾ ਮੈਂ ਤੈਨੂੰ ਕਿਹਾ ਸੀ ਬੋਲਣਾ ਨਹੀਂ ਵਿੱਚ, ਜਾ। ਉਹ ਫਿਰ ਪਿਆਰੀ ਚਲੀ ਗਈ। ਮਾਇਆਂ ਦਾ ਕੀ ਜ਼ੋਰ ਹੁੰਦਾ,
ਉਹਨੇ ਲਿਆ ਕੇ ਮਿੱਟੀ ਹੋਢੀ ਦੂਰ ਮਾਰੀ, ਢੇਰੀ ਲਾਤੀ। ਕਹਿੰਦਾ ਹੁਣ ਇਹਨੂੰ ਕੱਪੜ ਸਾਣ ਕਰ, ਫਿਰ ਇਹਨੂੰ ਗੁੰਨ ਤੇ ਘਿਓ ਪਾ ਇਹਦੇ ਵਿੱਚ, ਦੀਵੇ ਬਣਾ। ਜਦੋਂ ਇੰਨਾ ਕੁਛ ਗਣਾਤਾ, ਉਹ ਤਾਂ ਜੀ ਮਾਈ ਕੋਠੇ ਤੇ ਚੜ੍ਹ ਕੇ ਰੌਲਾ ਪਾਉਣ ਲੱਗ ਗਈ, ਵੇ ਲੋਕੋ ਮੇਰੇ ਘਰ ਵਾਲਾ ਕਮਲਾ ਹੋ ਗਿਆ, ਇਹਦੇ ਵਿੱਚ ਕੋਈ ਭੂਤ ਪ੍ਰੇਤ ਆ ਗਿਆ ਤੇ ਮੈਨੂੰ ਐਂ ਕਹਿੰਦਾ ਇਕੱਠ ਹੋ ਗਿਆ, ਸਾਰਾ ਵਿਹੜਾ ਜਲਾਹਿਆਂ ਦਾ ਉੱਥੇ ਇਕੱਠਾ ਹੋ ਗਿਆ। ਉਹ ਕਹਿੰਦੇ ਕੀ ਗੱਲ ਹੈ? ਕਹਿੰਦਾ ਕੁਛ ਇਹਨੂੰ ਮੈਂ ਕੰਮ ਕਹਿੰਦਾ ਕਰਦੀ ਨਹੀਂ ਹੈ, ਤੇ ਕੋਈ ਮਿਰਚਾਂ ਸੰਘਾਵੇ, ਕੋਈ ਕੁਛ ਕਹੇ, ਕੋਈ ਜੁੱਤੀ ਸੰਘਾਵੇ ਜਿਵੇਂ ਕਰਦੇ ਆਉਂਦੇ ਆ ਪਿੰਡਾਂ ਵਾਲੇ। ਉੱਧਰੋਂ ਕਬੀਰ ਜੀ ਆ ਗਏ। ਕਬੀਰ ਜੀ ਕਹਿੰਦੇ ਵੀ ਕੀ ਗੱਲ ਹੋ ਗਈ? ਅਕੇ ਜੀ ਪਤਾ ਨਹੀਂ, ਘਰ ਵਾਲੀ ਨੂੰ ਇਹੋ ਜਿਹੀਆਂ ਗੱਲਾਂ ਕਹੀ ਜਾਂਦਾ। ਉਹ ਕਹਿੰਦੇ ਇਹਨੂੰ ਛੱਡ ਦਿਓ, ਭਜਾਤਾ ਉਹਨੂੰ। ਕਹਿੰਦੇ ਗੱਲ ਕੋਈ ਨਹੀਂ, ਮੇਰੇ ਕੋਲ ਗਿਆ ਸੀ, ਇਹ ਕਬੀਰ ਬਣਨਾ ਚਾਹੁੰਦਾ ਸੀ। ਅੱਜ ਕੱਲ੍ਹ ਬੜੀ ਦੁਨੀਆ ਕਬੀਰ ਬਣਦੀ ਹੈ, ਚੋਲੇ ਪਾ ਕੇ ਸੰਤ ਬੜੀ ਦੁਨੀਆ ਬਣਦੀ ਹੈ, ਪਰ ਆਪਣੇ ਅੰਦਰ ਝਾਤੀ ਨਹੀਂ ਮਾਰੀ ਵੀ ਅਸੀਂ ਹੈ ਕੀ ਅੰਦਰੋਂ, ਸਾਡਾ ਜੀਵਨ ਕਹੇ ਜਿਹਾ। ਬਾਬਾ ਜੀ ਕੀ ਬਚਨ ਕਰਦੇ ਸੀ? ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਸਦਾ ਜਤੀ, ਪਰ ਨਾਰੀ ਧੀ ਭੈਣ ਵਖਾਣੇ। ਬਾਬਾ ਜੀ ਕਹਿੰਦੇ ਸੀ ਜੇ ਗ੍ਰਸਤੀ ਹੈ, ਆਪਦੀ ਦਸਾਂ ਨੌਹਾਂ ਦੀ ਕਮਾਈ ਕਰੇ, ਉਹਦੇ ਵਿੱਚੋਂ ਭਾਈ ਚੰਗੇ ਪਾਸੇ ਵੀ ਦਸਵੰਧ ਲਾਵੇ। ਗ੍ਰਸਤੀ ਲਈ ਤਾਂ ਇਹ ਹੁਕਮ ਹੈ। ਤੇ ਜੇ ਗੁਰੂ ਘਰ ਰਹਿਣ ਵਾਲਾ ਹੈ, ਉਹ ਫਿਰ ਦ੍ਰਿਸ਼ਟੀ ਕਹੇ ਜੀ ਹੋਣੀ ਚਾਹੀਦੀ ਹੈ। ਬਰਾਬਰ ਦੀਆਂ ਨੂੰ ਭੈਣਾਂ, ਵੱਡੀਆਂ ਨੂੰ ਮਾਵਾਂ, ਛੋਟੀਆਂ ਨੂੰ ਬੱਚੀਆਂ, ਇਹ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਆਪਣੀ ਜ਼ਿੰਦਗੀ ਵਿੱਚ ਕਹੇ ਜਾ ਹੋਣਾ ਚਾਹੀਦਾ। ਖਾਲਸਾ ਗਿਆਨੀ ਉਹ ਹੋਣਾ ਚਾਹੀਦਾ। ਜਿਵੇਂ ਬਾਬਾ ਜੀ ਕਿਰਪਾ ਕਰਦੇ ਸੀ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਹਾਏ, ਚਟਾਂ ਧਾਰ ਧਾਰ ਜੋਗੀ ਮੂਏ, ਤੇਰੀ ਗੱਤ ਕਿਨੇ ਨਾ ਪਾਏ। ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਕਿਹਨੂੰ ਗਿਆਨੀ ਕਿਹਾ? ਜਿਹਨੇ ਮਾਂ ਦੇ ਪੇਟ ਤੋਂ ਜਨਮ ਲੈ ਲਿਆ, ਕਦੇ ਆਪਣੇ ਰੋਮ ਨਹੀਂ ਕਟਾਏ, ਬਾਲ ਨਹੀਂ ਕਟਾਏ, ਸਾਬਤ ਸੂਰਤ ਹੈ, ਉਹਨੂੰ ਗਿਆਨੀ ਦੱਸਿਆ। ਗੁਰੂ ਨੂੰ ਮੰਨਣ ਵਾਲਾ ਭਗਤ, ਉਹਨੂੰ ਗਿਆਨੀ ਦੱਸਿਆ। ਇਹ ਮੇਰਾ ਵਚਨ ਨਹੀਂ, ਗੁਰੂ ਨਾਨਕ ਦਾ ਵਚਨ ਹੈ। ਬਾਬਾ ਜੀ ਕਹਿੰਦੇ ਸੀ ਭਾਈ ਜੇ ਜੀਵਨ ਹੈ ਤਾਂ ਸਭ ਕੁਛ ਹੈ, ਜੇ ਜੀਵਨ ਨਹੀਂ ਬਣਿਆ ਤਾਂ ਕੱਖ ਵੀ ਨਹੀਂ ਬਣਿਆ, ਕੱਖ ਵੀ। ਬਾਬਾ ਆਨੰਦ ਸਿੰਘ ਜੀ ਮਹਾਰਾਜ, ਇਹਨਾਂ ਦਾ ਜਿਹੜਾ ਸਮਾਂ ਸੀ, ਕੰਧਾਂ ਦੇ ਵਿੱਚ ਗਲੀਆਂ ਰਖਾਈਆਂ ਹੁੰਦੀਆਂ ਸੀ ਬਈ ਭਾਈ ਜਦੋਂ ਸਾਡਾ ਟਾਈਮ ਹੋਊ ਬਾਹਰ ਆਵਾਂਗੇ, ਨਹੀਂ ਗਲੀਆਂ 'ਚ ਦੀ ਅੰਦਰ ਟਹਿਲਦਿਆਂ ਦੇ ਦਰਸ਼ਨ ਕਰ ਲਓ। ਤੇ ਹੁਣ ਕਲਯੁਗ ਹੇੜੀਆਂ ਦਿੰਦਾ ਫਿਰਦਾ, ਹੇੜੀਆਂ। ਕਈ ਲੋਕਾਂ ਦੇ ਮੌਰਾਂ ਤੇ ਚੜ੍ਹਨ ਨੂੰ ਤਿਆਰ ਰਹਿੰਦਾ, ਮੌਰਾਂ ਤੇ। ਬਾਬਾ ਜੀ ਦਾ ਵਚਨ ਹੈ, ਇਹ ਵੀ ਸੁਣਾਉਣਾ ਹੈ। ਬਾਬਾ ਨਰੈਣ ਸਿੰਘ ਜੀ ਮਹਾਰਾਜ ਵਚਨ ਕਰਦੇ ਸੀ, ਕੋਈ ਆ ਕੇ ਕਲਯੁਗ ਕਿਸੇ ਦੇ ਗੁਰਦੁਆਰੇ ਚਲਿਆ ਗਿਆ,
ਇੱਕ ਮਾਈ ਦਾ ਰੂਪ ਧਾਰ ਕੇ ਕੋਲੇ ਲੈ ਲਿਆ ਕੰਡਿਆਲਾ, ਮੋਢੇ ਤੇ ਰੱਖੀ ਜਾਵੇ। ਉਹ ਜਿਹੜੇ ਮੂਹਰੇ ਐ ਲੰਬਰਵਾਰ ਚੇਲੇ ਚਾਟ ਕੇ ਖੜਾਏ ਵੇ ਸੀ, ਹਾਂ ਮਾਈ ਕਿੱਥੇ ਚੱਲਣੀ ਐ? ਮੈਂ ਜੀ ਵੱਡੇ ਬਾਬਿਆਂ ਦੇ ਦਰਸ਼ਨ ਕਰਨੇ ਆ। ਤੇ ਦੂਜੇ ਕੋਲੇ ਭੇਜਤਾ, ਮਾਈ ਹਜੇ ਤਾਂ ਟਾਈਮ ਨਹੀਂ ਹੈ। ਭਾਈ ਮੈਂ ਤਾਂ ਦਰਸ਼ਨ ਕਰਨੇ ਆ, ਬਹੁਤ ਦੂਰੋਂ ਆਈ ਆ, ਮੈਂ ਤਾਂ ਦਰਸ਼ਨ ਕਰਾਓ। ਕਹਿੰਦੇ ਮਾਈ ਆ ਉੱਤੇ ਮੋਢੇ ਤੇ ਕੀ ਰੱਖਿਆ ਹੈ? ਅਕੇ ਕੰਡਿਆਲਾ ਰੱਖਿਆ। ਕੰਡਿਆਲਾ ਇਹਨੂੰ ਕੀ ਕਰਦੀ ਐ? ਇਹ ਕਹਿੰਦੀ ਜਿਹੜੇ ਤਾਂ ਛੋਟੇ ਮੋਟੇ ਹੁੰਦੇ ਆ ਉਹਨਾਂ ਨੂੰ ਤਾਂ ਮੈਂ ਉਹੀ ਸੂਤ ਕਰ ਲੈਂਦੀ ਐ। ਜਿਹੜਾ ਕੋਈ ਵੱਡਾ ਸੰਤ ਹੋਵੇ ਨਾ, ਆਪਣੇ ਆਪ ਨੂੰ ਕਹੇ ਬਸ ਮੇਰੇ ਵਰਗਾ ਤਾਂ ਹੁਣ ਕੋਈ ਹੈ ਹੀ ਨਹੀਂ, ਉਹਦੇ ਫਿਰ ਕਹਿੰਦੀ ਮੈਨੂੰ ਕੰਡਿਆਲਾ ਪਾਉਣਾ ਪੈਂਦਾ। ਅੱਛਾ, ਸੰਤਾਂ ਨੂੰ ਦੱਸਿਆ ਜਾ ਕੇ ਕੋਈ ਮਾਈ ਆ ਇਹੋ ਜਿਹੀਆਂ ਗੱਲਾਂ ਕਰਦੀ ਆ। ਕਹਿੰਦੇ ਮਾਰੋ ਧੱਕੇ, ਇਹਨੂੰ ਬਾਹਰ ਕੱਢ ਦਿਓ ਧੱਕੇ ਮਾਰ ਕੇ। ਮਾਈ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਸੀਤਾ ਉਹ ਕਲਯੁਗ। ਤੇ ਦੂਜੇ ਦਿਨ ਨੂੰ ਟਿਫਨ ਆਉਣ ਲੱਗ ਗਿਆ ਪ੍ਰਸਾਦਿਆਂ ਦਾ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਉਹ ਮਾਈ ਟਿਫਨ ਪ੍ਰਸਾਦਾ ਲਿਆਇਆ ਕਰੇ। ਪਹਿਲਾਂ 2 ਦਿਨ ਸੇਵਾ ਕਰਦੀ ਰਹੀ, ਫਿਰ ਸੰਤਾਂ ਕੋਲ ਜਾਣ ਲੱਗ ਗਿਆ ਟਿਫਨ। ਹੌਲੀ ਹੌਲੀ ਪ੍ਰੇਮ ਵੱਧ ਗਿਆ, ਗੁਰੂ ਘਰ ਦੇ ਵਿੱਚ ਬਹੁਤ ਲੱਗ ਗਈ। ਇੱਕ ਦਿਨ ਮੀਂਹ ਪੈਣ ਲੱਗ ਗਿਆ ਤੇ ਨਦੀ ਵੱਜਦੀ ਆਉਂਦੀ ਸੀ, ਨਦੀ ਚੜ੍ਹ ਗਈ। ਤੇ ਮਾਈ ਕਹਿੰਦੀ ਭਾਈ ਮੈਂ ਤਾਂ ਜਾਣਾ ਹੈ। ਜਿਹੜੇ ਸੰਤ ਵੱਡੇ ਸੀ ਜਿਨ੍ਹਾਂ ਨੇ ਧੱਕੇ ਮਾਰ ਨੂੰ ਕਿਹਾ ਸੀ, ਉਹ ਕਹਿੰਦੇ ਨਾ ਮਾਤਾ ਜਾਈ ਨਾ, ਚੱਲ ਤੈਨੂੰ ਉੱਥੇ ਤੱਕ ਮੈਂ ਛੱਡ ਆਉਣਾ। ਛੱਡਣ ਆ ਗਏ ਨਾਲ ਬਾਹਰ। ਤੇ ਜਦੋਂ ਮਾਈ ਵੜਨ ਲੱਗੀ ਦਰਿਆ 'ਚ, ਨਦੀ ਵਿੱਚ, ਕਹਿੰਦੇ ਮਾਤਾ ਨਦੀ ਬਹੁਤ ਵੱਡੀ ਆ, ਡੂੰਘੀ ਆ, ਤੂੰ ਡੁੱਬ ਜਾਵੇਂਗੀ ਤੇ ਤੂੰ ਨਾ ਇਹਦੇ 'ਚ ਦੀ ਜਾ। ਕਹਿੰਦੀ ਨਹੀਂ ਜੀ ਮੈਂ ਤਾਂ ਜਾਣਾ ਜ਼ਰੂਰ ਹੈ, ਮੇਰੇ ਜਵਾਕਾਂ ਦਾ ਮਸਲਾ ਹੈ ਤੇ ਉਹਨਾਂ ਨੂੰ ਬੱਚਿਆਂ ਨੂੰ ਕੌਣ ਸਾਂਭੇਗਾ, ਮੇਰਾ ਤਾਂ ਜਾਏ ਬਗੈਰ ਸਰਨਾ ਨਹੀਂ। ਤੇ ਜਦੋਂ ਦੇਖਿਆ ਮੂੰਹ ਹਨੇਰਾ ਜਿਹਾ ਹੋਇਆ, ਸੰਤ ਬੈਠ ਕੇ ਕਹਿੰਦੇ ਚੰਗਾ ਸਾਡੇ ਘਨੇੜਿਆਂ ਤੇ ਬਹਿ ਜਾ, ਅਸੀਂ ਬਾਹਰ ਪਰੇ ਛੱਡ ਆਉਂਦੇ ਹਾਂ। ਉਹ ਬਹਿ ਗਈ ਘਨੇੜਿਆਂ ਤੇ। ਜਦੋਂ ਐਨ ਵਿਚਾਲੇ ਜੇ ਜਾ ਵੜੀ, ਮਾਈ ਅੱਡੀਆਂ ਮਾਰਨ ਲੱਗ ਗਈ, ਨਾਲੇ ਟਿੱਚ ਟਿੱਚ ਕਰੇ। ਉਹ ਕਹਿੰਦੇ ਮਾਈ ਮੈਂ ਤੇਰਾ ਘੋੜਾ? ਕਹਿੰਦੀ ਮੈਂ ਉਹੀ ਮਾਈ ਆ ਜਿਹਨੂੰ ਧੱਕੇ ਮਰਵਾਏ ਸੀ। ਮੈਂ ਕਿਹਾ ਸੀ ਨਾ ਮਾੜਿਆਂ ਮੋਟਿਆਂ ਦਾ ਬਿਨਾਂ ਕੰਡਿਆਲੇ ਤੋਂ ਚੜ੍ਹ ਜਾਂਦੀ ਹੈ। ਤੇ ਉਹਨੇ ਚਲਾ ਕੇ ਮਾਰੀ। ਤੇ ਕਈ ਲੋਕਾਂ ਦਾ ਆਹ ਹਾਲ ਹੁੰਦਾ, ਬੜੇ ਵੱਡੇ ਵੱਡੇ ਨਾਂ ਲਿਖਾ ਕੇ ਪਾਉਣਗੇ, ਫਲਾਨਾ ਸੰਤ ਫਲਾਨਾ ਸੰਤ। ਪਰ ਬਾਬਾ ਜੀ ਕਹਿੰਦੇ ਜੀਵਨ ਹੋਣਾ ਚਾਹੀਦਾ। ਜੀਵਨ, ਜੇ ਜੀਵਨ ਤੋਂ ਗਿਰੇ ਪਏ ਹੋ ਤੇ ਫਿਰ ਸੰਤ ਉਹ ਐ ਸਟੇਜ ਤੇ ਉੱਗੜ ਗਿਆ ਖੋਟਾ ਢਗੂਆ। ਜਦੋਂ ਨਦਰ ਸਰਾਫੀ ਆਇਆ, ਬਾਬਾ ਜੀ ਕਹਿੰਦੇ ਸੀ ਭਾਦੋਂ ਦੇ ਵਿੱਚ ਖੁੰਬਾਂ ਹੁੰਦੀਆਂ, ਉਹ 2-4 ਘੰਟੇ ਤਾਂ ਫਿਰ ਸਬਜ਼ੀ ਦਾ ਕੰਮ ਵੀ ਦੇ ਦਿੰਦੀਆਂ। ਜੇ ਲੱਗ ਜੇ ਨਾ ਧੁੱਪ, ਫਿਰ ਠੋਲਾ ਮਾਰੀਏ ਤਾਂ ਉਹਦੇ ਵਿੱਚੋਂ ਸੁਆਹ ਨਿਕਲਦੀ ਆ, ਸੁਆਹ। ਜਦੋਂ ਚੰਗੇ ਚੰਡੇ ਹੋਏ ਦੇ ਬੰਦਾ ਸਾਹਮਣੇ ਆਉਂਦਾ ਫਿਰ ਆਹ ਹਾਲ ਹੁੰਦਾ ਉਹਦਾ। ਬਾਬਾ ਜੀ ਕਹਿੰਦੇ ਸੀ ਭਾਈ ਇਹ ਜਿਹੜਾ ਨਾਨਕਸਰ ਦਰਬਾਰ ਹੈ, ਇਹ ਬੜੀ ਵੱਡੀ ਹਸਤੀ ਹੈ। ਬਾਬਾ ਜੀ ਨੇ ਬੜੀ ਇੱਥੇ ਤਪੱਸਿਆ ਕੀਤੀ ਹੈ ਤੇ ਇੱਥੇ ਬੜੀਆਂ ਕਿਰਪਾ ਹੁੰਦੀਆਂ, ਸੰਗਤਾਂ ਦੀਆਂ ਬੜੀਆਂ ਮੰਗਾਂ। ਬਾਬਾ ਜੀ ਕਹਿੰਦੇ ਸੀ ਪੂਰੀਆਂ ਕਿਵੇਂ ਹੁੰਦੀਆਂ? ਜੇ ਅਸੀਂ ਸੱਚੇ ਹਿਰਦੇ ਨਾਲ ਅਰਦਾਸ ਬੇਨਤੀ ਕਰਾਂਗੇ। ਫਿਰ ਬਾਬਾ ਜੀ ਕਹਿੰਦੇ ਸੀ ਭਾਈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ।
ਫਿਰ ਉਹ ਪੂਰੀ ਵੀ ਹੋ ਜਾਂਦੀ ਹੈ। ਪਰ ਕਈ ਇਹੋ ਜਿਹੇ ਵੀ ਹੈ, ਉਹ ਕਹਿਣਗੇ ਮੈਂ ਤਾਂ ਬੜੀਆਂ ਅਰਦਾਸਾਂ ਕੀਤੀਆਂ, ਮੇਰੀ ਨਹੀਂ ਪੂਰੀ ਹੋਈ। ਨਹੀਂ, ਉਹ ਹੁੰਦੀ ਹੋਈ ਨਹੀਂ। ਕਈ ਵਾਰੀ ਇਹੋ ਜਿਹਾ ਸਮਾਂ ਹੁੰਦਾ, ਇੱਕ ਬੱਚਾ ਹੁੰਦਾ, ਉਹ 2-3 ਸਾਲ ਦਾ ਹੁੰਦਾ ਹੈ ਜਾਂ 2 ਸਾਲ ਦਾ ਰੁੜਦਾ ਹੁੰਦਾ ਹੈ। ਉਹ ਟੋਏ ਨੂੰ ਵੀ ਜਾਂਦਾ ਹੈ, ਸੱਪ ਸਲੂਤੀ ਨੂੰ ਵੀ ਹੱਥ ਪਾਉਣ ਜਾਂਦਾ ਹੈ। ਉਹ ਗਰਮ ਦੁੱਧ ਪਿਆ ਹੋਵੇ ਉਹਦੇ ਕੋਲ ਨੂੰ ਵੀ ਜਾਂਦਾ ਹੈ। ਮਾਂ ਨੂੰ ਪਤਾ ਹੁੰਦਾ ਹੈ, ਉਹਨੂੰ ਚੱਕਦੀ ਆ ਉੱਥੋਂ, ਉਹ ਜਾਣ ਨਹੀਂ ਦਿੰਦੀ। ਉਹ ਫਿਰ ਰੋਂਦਾ ਹੈ, ਰਿਹਾੜ ਕਰਦਾ ਹੈ ਵੀ ਮੈਨੂੰ ਇੱਧਰ ਕਿਉਂ ਨਹੀਂ ਜਾਣ ਦਿੰਦੀ। ਮਾਂ ਨੂੰ ਪਤਾ ਹੁੰਦਾ। ਕਈ ਇਹੋ ਜਿਹੇ ਕੰਮ ਹੁੰਦੇ ਆ, ਉਸ ਜੀਵ ਦੇ ਫਾਇਦੇ 'ਚ ਨਹੀਂ ਹੁੰਦੇ। ਉਹ ਅਰਦਾਸਾਂ ਕਰਦਾ ਮੇਰਾ ਆਹ ਕੰਮ ਹੋ ਜੇ, ਕੰਮ ਉਹਦੇ ਫਾਇਦੇ ਦਾ ਨਹੀਂ ਹੁੰਦਾ। ਫਿਰ ਬਾਅਦ ਵਿੱਚ ਵਿਚਾਰ ਮਨ 'ਚ ਆਉਂਦੀ ਆ, ਉਹ ਬਈ ਹੋਇਆ ਤਾਂ ਚੰਗਾ ਹੀ, ਤੇ ਮੇਰੀ ਬਚਤ ਹੋ ਗਈ, ਤੇ ਮੇਰਾ ਨਹੀਂ ਹੋਇਆ ਤਾਂ ਚੰਗਾ ਹੀ ਹੋਇਆ। ਇਸ ਲਈ ਜੋ ਮਾਲਕ ਕਰਦਾ ਉਹ ਚੰਗਾ ਕਰਦਾ, ਉਹਦੇ ਹੁਕਮ 'ਚ ਹੀ ਸਭ ਕੁਝ ਚੱਲਦਾ। ਪਰ ਅਸੀਂ, ਇਹ ਸਾਨੂੰ ਜੀਵਨ ਮਿਲਿਆ, ਵੱਡੇ ਭਾਗਾਂ ਕਰਕੇ ਮਿਲਿਆ। 84 ਲੱਖ ਜੂਨ ਦਾ ਬੰਦਾ ਬਾਦਸ਼ਾਹ ਹੈ, 42 ਧਰਤੀ ਵਿੱਚ ਹੈ, 42 ਪਾਣੀ ਵਿੱਚ ਹੈ। ਉਦੋਂ ਉੱਪਰ ਇਹ ਮਾਨਸ ਦੇਹ ਹੈ। ਜੇ ਮਾਨਸ ਦੇ ਪਾ ਕੇ ਉਹ ਨਾਮ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਚੰਗੇ ਪੁਰਸ਼ਾਂ ਦੀ ਸੰਗਤ ਨਹੀਂ ਕਰਦਾ, ਤੇ ਫਿਰ ਬਾਬਾ ਜੀ ਨੇ ਕੀ ਬਚਨ ਕੀਤਾ ਹੈ? ਮਾਨਸ ਦੇ ਪਾਈ ਵੱਡ ਭਾਗੀ, ਨਾਮ ਨਾ ਜਪੀਐ ਆਤਮ ਘਾਤੀ। ਜੇ ਫਿਰ ਉਹ ਨਾਮ ਨਹੀਂ ਜਪਦੇ ਤਾਂ ਆਪਣੇ ਆਪ ਦਾ ਘਾਤ ਕਰਕੇ ਚਲੇ ਜਾਂਦੇ ਆ। ਦੁਬਾਰੇ ਜੀਵਨ ਨਹੀਂ ਮਿਲਦਾ। ਕਿਹਨੂੰ ਮਿਲਦਾ? ਜਿਹੜੇ ਬਾਬਾ ਜੀ ਕਹਿੰਦੇ ਸੀ ਭਾਈ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਰੱਬ ਵਾਲੇ ਪਾਸੇ ਲਾਉਂਦੇ ਆ, ਉਹਨਾਂ ਨੂੰ ਦੁਬਾਰੇ ਜੀਵਨ ਮਿਲਦਾ। ਅੱਗੇ ਤਾਂ 88 ਹਜ਼ਾਰ ਵਰਾ ਤਪੱਸਵੀ ਤਪੱਸਿਆ ਕਰਦੇ ਸੀ, ਉਹਨਾਂ ਦੇ ਤਾਂ ਵੀ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ। ਅੱਜ ਆ ਰਾਜ ਕਲਯੁਗ ਦਾ ਪਹਿਰ ਹੈ ਗੁਰੂ ਨਾਨਕ ਦਾ। ਗੁਰੂ ਨਾਨਕ ਦਾ ਕੀ ਹੁਕਮ ਹੈ? ਜੇ ਇਹ ਜੀਵ 24 ਘੰਟਿਆਂ ਦੇ ਵਿੱਚੋਂ ਦਸਵੰਧ ਵੀ ਕੱਢ ਲਵੇ, ਆਹ ਕਲਯੁਗ ਦੇ ਰਾਜ ਵਿੱਚ ਬਾਬਾ ਜੀ ਕਹਿੰਦੇ ਸੀ ਭਾਈ ਫਿਰ ਵੀ ਉਹਦੇ ਪਾਰ ਉਤਾਰੇ ਹੋ ਜਾਂਦੇ ਆ, ਉਹਦਾ ਆਧਾਰ ਹੋ ਜਾਂਦਾ। ਬਾਬਾ ਜੀ ਇਹ ਵਚਨ ਕਰਦੇ ਸੀ ਬਈ ਭਾਈ ਕੁਛ ਸਮਾਂ ਸਵੇਰੇ ਲਾਓ, ਜਦੋਂ ਵੀ ਟਾਈਮ ਲੱਗਦਾ। ਕਈ ਮਾਈਆਂ ਬੰਦੇ ਇਕੱਠੇ ਹੁੰਦੇ ਆ, ਇੱਧਰਲੀਆਂ ਉੱਧਰਲੀਆਂ ਗੱਲਾਂ ਕਰਦੇ ਆ। ਨਹੀਂ, ਉਦੋਂ ਬਾਬਾ ਜੀ ਕਹਿੰਦੇ ਸੀ ਭਾਈ ਪਰਮਾਤਮਾ ਦਾ ਨਾਮ ਲਈ ਜਾਓ, ਮੂਲ ਮੰਤਰ ਦਾ ਪਾਠ ਕਰੀ ਜਾਓ, ਜਪਜੀ ਸਾਹਿਬ ਦਾ ਪਾਠ ਕਰੀ ਜਾਓ। ਇਹਦੇ ਨਾਲ ਸਾਡੇ ਕੋਲੇ ਪੂੰਜੀ ਜਮ੍ਹਾਂ ਹੋ ਜਾਂਦੀ ਹੈ। ਜਿਹਦੇ ਕੋਲੇ ਦੁਨਿਆਵੀ ਪੂੰਜੀ ਜਮ੍ਹਾਂ ਹੋਵੇ ਉਹਦੇ ਚਿਹਰੇ ਤੋਂ ਪਤਾ ਲੱਗਣ ਲੱਗ ਜਾਂਦਾ। ਤੇ ਜੇ ਆਪਾਂ ਪਰਮਾਰਥੀ ਪੂੰਜੀ ਜਮ੍ਹਾਂ ਕਰਾਂਗੇ ਤਾਂ ਸਾਡੇ ਮਨ ਨੂੰ ਖੁਸ਼ੀ ਹੋਵੇਗੀ, ਸਾਡੇ ਤੇ ਗੁਰੂ ਨਾਨਕ ਦੀ ਮਿਹਰ ਹੋਵੇਗੀ। ਅਸੀਂ ਇਹ ਪੂੰਜੀ ਜਮ੍ਹਾਂ ਕਰਨੀ ਹੈ। ਕਿਵੇਂ ਹੋਵੇਗੀ? ਜੇ ਅਸੀਂ ਮਹਾਂਪੁਰਸ਼ਾਂ ਦੇ ਵਚਨਾਂ 'ਤੇ ਚੱਲਾਂਗੇ, ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਵਸਾਵਾਂਗੇ, ਫਿਰ ਇਹ ਪੂੰਜੀ ਜਮ੍ਹਾਂ ਹੋਵੇਗੀ। ਅੱਜ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ
ਜਿਵੇਂ ਪੂਰਨਮਾਸੀ ਹੈ। ਉਧਰ ਗੁਰੂ ਹਰਗੋਬਿੰਦ ਸਾਹਿਬ ਜੀ, ਛੇਵੇਂ ਗੁਰੂ ਨਾਨਕ, ਜਿਵੇਂ ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਅਪਾਰ ਅਤਾਰਨ ਕੋ, ਗੁਰੂ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਗੰਗਾ ਜੀ ਦੀ ਕੁੱਖ ਤੋਂ ਉਹਨਾਂ ਦਾ ਆਗਮਨ ਪੁਰਬ ਬਡਾਲੀ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ, ਤੇ ਅੱਜ ਦੇ ਦਿਨ ਖੁਸ਼ੀਆਂ ਹੋਈਆਂ। ਬੜਾ ਲੋਕਾਂ ਨੂੰ ਪੁੰਨਦਾਨ ਕੀਤਾ ਗਿਆ। ਜਿਹੜੇ ਗੁਰੂ ਹਰਗੋਬਿੰਦ ਸਾਹਿਬ ਸੀ ਮਹਾਰਾਜ, ਉਹ ਕਿਹਦੇ ਬਚਨਾਂ ਨਾਲ ਇਸ ਦੁਨੀਆ ਤੇ ਆਏ। ਦੇਖੋ ਰੱਬ ਵੀ ਆਪਣੇ ਭਗਤਾਂ ਨੂੰ ਕਿੰਨਾ ਮਾਣ ਬਖਸ਼ਦਾ ਹੈ। ਰੱਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਦੱਸਦੇ ਆ, ਮੈਂ ਵਿੱਚੋਂ ਹੀ ਟੂਕ ਹੀ ਦੇਣੀ ਹੈ। ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਈਂ ਜੀ, ਮੈਨੂੰ ਗਮਾਂਢੀ ਮਿਹਣੇ ਮਾਰਦੇ ਆ ਬਈ ਇਹ ਤਾਂ ਔਤ ਹੈ, ਇਹਨਾਂ ਦੇ ਘਰ ਵਿੱਚ ਕੁਛ ਨਹੀਂ, ਮੈਨੂੰ ਇੱਕ ਪੁੱਤਰ ਦੀ ਲੋੜ ਹੈ, ਮੇਰੇ ਤੇ ਮਿਹਰ ਕਰੋ ਗਰੀਬੀ ਨਵਾਜ਼। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਤਾ ਗੰਗਾ ਜੀ ਨੂੰ ਕੀ ਹੁਕਮ ਕੀਤਾ ਬਈ ਬੀੜ ਬਾਬਾ ਬੁੱਢਾ ਜੀ ਦੇ ਉੱਥੇ ਜਾਓ, ਉਹਨਾਂ ਅੱਗੇ ਬੇਨਤੀ ਕਰੋ, ਪ੍ਰਸ਼ਾਦਾ ਪਾਣੀ ਲੈ ਕੇ ਜਾਓ, ਉਹਨਾਂ ਦੇ ਬਚਨਾਂ ਨਾਲ ਉੱਥੇ ਮਿਹਰ ਹੋਵੇਗੀ। ਮਾਤਾ ਗੰਗਾ ਜੀ ਨੇ ਰਾਤ ਜੋੜ ਲਿਆ, ਚੰਗੇ ਚੰਗੇ ਪਕਵਾਨ ਬਣਾ ਲਏ, ਨਾਲ ਗੋਲੀਆਂ ਲੈ ਲਈਆਂ, ਇੱਕ ਦੋ ਸੇਵਾਦਾਰ ਲੈ ਲਏ, ਤੇ ਜਦੋਂ ਗਏ ਬੀੜ 'ਚ ਤਾਂ ਬਾਬਾ ਬੁੱਢਾ ਜੀ ਨੇ ਸਵਾਇਕੀ ਕਹਿ ਦਿੱਤਾ, ਇਹ ਗੁਰੂ ਕਿਆਂ ਨੂੰ ਭਾਜੜਾ ਕਿੱਧਰੋਂ ਪੈ ਗਈਆਂ। ਤੇ ਮਾਤਾ ਜੀ ਬੜੇ ਨਿਰਾਸ਼ ਹੋਏ ਬਈ ਮੈਨੂੰ ਤਾਂ ਵਰ ਦੀ ਥਾਂ ਸ਼ਰਾਬ ਮਿਲ ਗਿਆ। ਤੇ ਕੇਰਾਂ ਇੱਕ ਸਿੰਘ ਵੀ ਸੀ ਨਾਲ, ਉਹ ਲੱਗਿਆ ਬੁੜ ਜੀ ਕਰਨ। ਬਾਬਾ ਬੁੱਢਾ ਜੀ ਕਹਿੰਦੇ ਕਿਉਂ ਸੂਰ ਵਾਂਗੂ ਖੁਰ ਕਰੀ ਜਾਂਦਾ, ਉਹਨੂੰ ਵੀ ਸ਼ਰਾਬ ਮਿਲ ਗਿਆ ਸੀ, ਤੇ ਉਹ ਵੀ ਗੁਰੂ ਕੀ ਬਡਾਲੀ ਦਾ ਹੀ ਸੀ। ਤੇ ਜਦੋਂ ਮੁੜ ਕੇ ਆਏ, ਮਾਤਾ ਜੀ ਨਿਰਾਸ਼ ਹੋਏ ਆ, ਪਏ ਆ। ਗੁਰੂ ਸਾਹਿਬ ਅੱਗੇ ਬੇਨਤੀ ਕੀਤੀ। ਗੁਰੂ ਸਾਹਿਬ ਕਹਿਣ ਲੱਗੇ ਜਾਣਾ ਹੋਵੇ ਮੰਗਣ ਤੇ ਇੱਦਾਂ ਨਹੀਂ ਜਾਈਦਾ, ਜੇ ਤੁਸੀਂ ਜਾਣਾ ਉਹਨਾਂ ਦੇ ਕੋਲੇ ਦੁਬਾਰੇ ਜਾਓ, ਆਪਦੇ ਹੱਥੀਂ ਆਟਾ ਪੀਸੋ ਚੱਕੀ ਤੇ, ਮਿੱਸੇ ਪ੍ਰਸਾਦੇ ਤਿਆਰ ਕਰੋ, ਦਹੀਂ ਜਮਾਓ, ਦੁੱਧ ਰਿੜਕੋ, ਮੱਖਣ ਪਾਓ, ਲੱਸੀ ਦਾ ਕੁੱਜਾ ਲਓ, ਗੰਢੇ ਲਓ, ਨਾਲ ਆਪਣੇ ਨੰਗੇ ਪੈਰੀਂ 10 ਕਿਲੋਮੀਟਰ ਚੱਲ ਕੇ ਜਾਓ, ਇੱਕ ਦੋ ਗੋਲੀਆਂ ਨਾਲ ਲੈ ਜਾਓ, ਐਂ ਜਾਓ ਤੇ ਫੇਰ ਮਿਹਰ ਹੋਵੇਗੀ। ਤੇ ਮਾਤਾ ਜੀ ਨੇ ਦੂਜੇ ਤੀਜੇ ਦਿਨ ਇਉਂ ਕੀਤਾ। ਜਦੋਂ ਗਏ ਤੇ ਬਾਬਾ ਬੁੱਢਾ ਜੀ ਅੱਗੋਂ ਭੁੱਖ ਨਾਲ ਵਿਆਕੁਲ ਸੀ। ਉਹਨਾਂ ਨੇ ਉੱਠ ਕੇ ਦੇਖਿਆ ਵੀ ਮਾਤਾ ਜੀ ਆ ਰਹੇ ਆ, ਦੂਰੋਂ ਅੱਗੇ ਹੋ ਕੇ ਕੁੱਜਾ ਲਾਹਿਆ, ਉੱਥੇ ਹੀ ਬੈਠ ਗਏ। ਤੇ ਬੈਠੇ ਆ, ਉਧਰ ਬੱਦਲ ਗੱਜ ਰਿਹਾ। ਕਹਿੰਦੇ ਮਾਤਾ ਜੀ ਬੜੀ ਕਿਰਪਾ ਕੀਤੀ, ਮਾਵਾਂ ਬਗੈਰ ਪੁੱਤਾਂ ਦਾ ਕੌਣ ਖਿਆਲ ਰੱਖਦਾ ਹੈ, ਸਾਨੂੰ ਬੜੀ ਭੁੱਖ ਲੱਗੀ ਵੀ ਸੀ ਅੱਜ, ਤੇ ਮਾਤਾ ਜੀ ਤੁਸੀਂ ਬੜੀ ਕਿਰਪਾ ਕੀਤੀ। ਤੇ ਨਾਲੇ ਆਏ ਜਦੋਂ ਗੰਢਾ ਭੰਨਦੇ ਆ, ਉਧਰ ਬੱਦਲ ਗੱਜਦਾ ਹੈ। ਕਹਿੰਦੇ ਮਾਤਾ ਐਸਾ ਪੁੱਤਰ ਸੂਰਬੀਰ ਹੋਵੇਗਾ, ਬੈਰੀਆਂ ਦੇ ਸਿਰ ਗੰਢੇ ਵਾਂਗੂ ਭੰਨੇਗਾ। ਵਰ ਦੇ ਦਿੱਤਾ ਮਾਤਾ ਨੂੰ, ਖੁਸ਼ੀਆਂ ਦੀ ਹੱਦ ਨਾ ਰਹੀ। ਉਹ ਦਿਨ ਫਿਰ 1652 ਵਿੱਚ
ਗੁਰੂ ਕੀ ਬਡਾਲੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਤੇ ਗੁਰੂ ਸਾਹਿਬ ਨੇ 4 ਜੰਗ ਕੀਤੇ ਤੇ ਜਿਹੜਾ ਵੀ ਮੂਹਰੇ ਆਇਆ ਤੇ ਫਿਰ ਕੋਈ ਖੜਿਆ ਨਹੀਂ। ਤੇ ਇਸ ਤਰ੍ਹਾਂ ਸੀ, ਜੇ ਜ਼ੁਲਮ ਕੀਤਾ ਸੀ ਚੰਦੂ ਨੇ ਤੇ ਗੁਰੂ ਸਾਹਿਬ ਨੇ ਫਿਰ ਤਲਵਾਰ ਚੱਕ ਕੇ ਵੀ ਦਿਖਾ ਦਿੱਤੀ। ਤੇ ਇਸ ਤਰ੍ਹਾਂ ਭਾਈ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦਾ ਅਵਤਾਰ ਦਿਹਾੜਾ ਆਗਮਨ ਪੁਰਬ ਕਹਿ ਦਿਓ ਅੱਜ ਹੈ। ਸਾਰੀਆਂ ਸੰਗਤਾਂ ਨੂੰ ਇਹ ਸਮਾਗਮ ਦੀ ਵਧਾਈ ਹੋਵੇ। ਉਧਰ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਜਿਨ੍ਹਾਂ ਮਹਾਂਪੁਰਸ਼ਾਂ ਨੇ ਤੀਜੇ ਪਾਤਸ਼ਾਹ ਵਾਂਗੂ ਗਾਗਰ ਦੀ ਸੇਵਾ ਕੀਤੀ, ਅਣਥੱਕ ਸੇਵਾ, ਉਹਨਾਂ ਮਹਾਂਪੁਰਸ਼ਾਂ ਦਾ ਪਿੰਡ ਮਾਣੂਕਿਆਂ ਦੇ ਵਿੱਚ ਬੜਾ ਧੂਮ-ਧਾਮ ਦੇ ਨਾਲ ਉੱਥੇ ਬਾਬਾ ਜੀ ਦਾ ਸਮਾਗਮ ਮਨਾਇਆ ਜਾਣਾ। 1 ਸਾਉਣ ਤੋਂ 5 ਸਾਉਣ ਤੱਕ 16 ਜੁਲਾਈ ਤੋਂ ਪਾਠ ਸ਼ੁਰੂ ਹੋਣਗੇ। ਇੱਕ ਗੁਰਦੁਆਰਾ ਢੰਡਿਆਣਾ ਸਾਹਿਬ, ਇੱਕ ਗੁਰਦੁਆਰਾ ਜੌੜੀਆਂ ਸਾਹਿਬ, 2 ਗੁਰਦੁਆਰਿਆਂ ਵਿੱਚ ਉੱਥੇ ਪਾਠ ਚੱਲਦੇ ਆ। ਤੇ ਫਿਰ ਜਿਹੜਾ ਜੌੜੀਆਂ ਸਾਹਿਬ ਗੁਰਦੁਆਰਾ ਹੈ ਇੱਥੇ ਦੀਵਾਨ ਲੱਗਦੇ ਆ 16 17 18 ਇੱਥੇ ਦੀਵਾਨ ਸਜਣਗੇ ਸ਼ਾਮ ਦੇ ਟਾਈਮ। ਤੇ 19 ਨੂੰ ਸੰਤ ਸਮਾਜ ਹੋਵੇਗਾ 11 ਵਜੇ ਤੱਕ। 20 ਨੂੰ ਸਵੇਰੇ ਭੋਗ ਪੈ ਕੇ ਤੇ 10 ਵਜੇ ਨਗਰ ਕੀਰਤਨ ਨਿਕਲੇਗਾ ਗੁਰਦੁਆਰਾ ਢੰਡਿਆਣਾ ਸਾਹਿਬ ਤੋਂ ਹੁੰਦਾ ਹੋਇਆ, ਫਿਰ ਗੁਰਦੁਆਰਾ ਜੌੜੀਆਂ ਸਾਹਿਬ ਆਵੇਗਾ। ਤੇ ਇਸ ਤਰ੍ਹਾਂ ਭਾਈ ਮਾਣੂਕਿਆਂ ਦਾ ਪ੍ਰੋਗਰਾਮ ਹੈ। ਬਾਬਾ ਜੀ ਨੇ ਆਪਣੀ ਜ਼ਿੰਦਗੀ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਲਾਈ ਹੈ। ਬਾਬਾ ਜੀ ਨੇ ਜਦੋਂ ਬਚਨ ਕਰਨੇ ਪਿਆਰ ਦੇ ਲਹਿਜੇ ਵਿੱਚ ਇਹੋ ਜਿਹੇ ਬਚਨ ਵੀ ਕਹਿੰਦੇ ਸੀ, ਜੇ ਅਸੀਂ ਆਪਣਾ ਆਪ ਪਿੰਜ ਕੇ ਵੀ ਲਾ ਦਈਏ ਨਾ ਤੇ ਅਸੀਂ ਬਾਬਾ ਈਸਰ ਸਿੰਘ ਜੀ ਦਾ ਦੇਣ ਨਹੀਂ ਦੇ ਸਕਦੇ। ਸਾਡੇ ਤੇ ਏਡੀ ਵੱਡੀ ਕਿਰਪਾ ਕੀਤੀ ਹੈ ਬਾਬਾ ਜੀ ਨੇ। ਬਾਬਾ ਜੀ ਕੋਲੇ ਕਿੰਨੇ ਬਹਿੰਗਮ ਸੀ, 3-3 400 ਬਹਿੰਗਮ ਬਾਬਾ ਈਸਰ ਸਿੰਘ ਜੀ ਮਹਾਰਾਜ ਕੋਲ ਰਹਿੰਦਾ ਸੀ। ਤੇ 10-15 ਬੰਦੇ ਇਹੋ ਜਿਹੇ ਜਿਹੜੇ ਸ਼ਸਤਰਧਾਰੀ ਵੀ ਹੁੰਦੇ ਸੀ। ਕਈ ਕਹਿੰਦੇ ਲੈ ਬਾਬਾ ਜੀ ਕੋਲੇ ਵੀ ਸ਼ਸਤਰ ਹੁੰਦੇ ਸੀ। ਬਾਬਾ ਜੀ ਕਿਰਪਾ ਕਰਦੇ ਆ, ਸ਼ਸਤਰ ਬਿਨ ਨਰੂ ਭੇਡ ਜਾਣੇ। ਨਰ ਬੰਦਾ ਭੇਡ ਵਰਗਾ ਸ਼ਸਤਰ ਤੋਂ ਬਗੈਰ। ਜੇ ਹੁਣ ਬਾਹਰ ਕੋਈ ਕੁੱਤਾ ਫਿਰਦਾ ਜਾਂ ਗਊ ਫਿਰਦੀ ਹੈ, ਜੇ ਉਹ ਸਿੰਘਾਂ 'ਤੇ ਚੱਕ ਲਵੇ ਕੀ ਫਿਰ ਉਹ ਗਊ ਮਾਤਾ ਹੈ? ਨਹੀਂ। ਜੇ ਉਹਦੇ ਫਿਰ ਨਾਸਾਂ 'ਤੇ ਡਾਂਗ ਜੋੜ ਕੇ ਮਾਰੋ ਫਿਰ ਉਹਨੂੰ ਪਤਾ ਲੱਗ ਜਾਂਦਾ ਬਈ ਐਂ ਸਿੰਘ ਮਾਰੀਦਾ। ਇਸ ਲਈ ਸ਼ਾਸਤਰ ਦੀ ਲੋੜ ਆ ਸਾਨੂੰ, ਪਰ ਕਿਸੇ ਦਾ ਬੁਰਾ ਨਹੀਂ ਸੋਚਣਾ। ਬਾਬਾ ਜੀ ਕਿਰਪਾ ਕਰਦੇ ਸੀ, ਹਮ ਨਹੀਂ ਚੰਗੇ ਬੁਰਾ ਨਾ ਦੀਸੈ ਕੋਏ। ਅਸੀਂ ਕਿਸੇ ਦਾ ਬੁਰਾ ਨਹੀਂ ਸੋਚਣਾ। ਕਿੰਨੀਆਂ ਭਿਆਨਕ ਬਿਮਾਰੀਆਂ ਲੰਘ ਕੇ ਗਈਆਂ। ਜਿਹੜਾ ਬਾਬਾ ਜੀ ਨੂੰ ਯਾਦ ਕਰਦਾ, ਨਿਤਨੇਮੀ ਹੈ, ਬਾਣੀ ਪੜ੍ਹਦਾ, ਅੰਮ੍ਰਿਤ ਵੇਲੇ ਉੱਠਦਾ, ਉਹਨਾਂ 'ਤੇ ਭਾਈ ਗੁਰੂ ਨਾਨਕ ਦੀ ਮਿਹਰ ਰਹਿੰਦੀ ਹੈ ਔਰ ਰਹੇਗੀ ਵੀ। ਤੇ ਜਿਹੜਾ ਭਾਈ ਆਪਣੇ ਮਾਲਕ ਨੂੰ ਭੁੱਲ ਜਾਂਦਾ, ਫਿਰ ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ, ਫਿਰ ਉਹਨੂੰ ਰੋਗ ਆ ਚਿੰਬੜਦੇ ਆ। ਅਸੀਂ ਆਪਣੇ ਮਾਲਕ ਨੂੰ ਨਹੀਂ ਭੁੱਲਣਾ, ਆਪਣੇ ਮਾਲਕ ਨੂੰ ਯਾਦ ਰੱਖਣਾ। ਇਸ ਲਈ ਸਾਡੇ ਲਈ ਜਿਵੇਂ ਬਾਬਾ ਜੀ ਕਹਿੰਦੇ ਸੀ, ਮਾਲਕ ਕਿਤੇ ਦੂਰ ਨਹੀਂ ਜਾਂਦਾ। ਜਿਹੜਾ ਬੰਦਾ ਯਾਦ ਕਰਦਾ, ਅਸੀਂ ਘਰ ਘਰ ਵਿੱਚ ਗੁਰੂ ਨਾਨਕ ਸਾਹਿਬ ਦੇ ਫੋਟੋ ਰੱਖੀਏ, ਸੋਹਣੀ ਜਗ੍ਹਾ ਆਸਣ ਬਣਾ ਕੇ, ਫਿਰ ਜਦੋਂ ਉੱਥੇ ਨਿਤਨੇਮ ਕਰੀਏ, ਪਾਠ ਕਰੀਏ, ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰੀਏ, ਫਿਰ ਉੱਥੇ ਅਰਦਾਸ ਬੇਨਤੀ ਕਰਕੇ ਸੱਚੇ ਪਾਤਸ਼ਾਹ ਬਾਬਾ ਜੀ
ਮੈਂ ਵੀ ਤੇਰਾ, ਪੁੱਤਰ ਧੀਆਂ ਵੀ ਤੇਰੇ, ਜਾਇਦਾਦ ਵੀ ਤੇਰੀ, ਸਾਨੂੰ ਆਪਣੇ ਬਣਾ ਕੇ ਰੱਖੀ। ਫਿਰ ਬਾਬਾ ਜੀ ਕਿਉਂ ਨਾ ਆਪਣੇ ਬਣਾਉਣਗੇ? ਫਿਰ ਬਾਬਾ ਜੀ ਦਾ ਇਹ ਬਚਨ ਹੈ, ਵਿੱਚ ਕਰਤਾ ਪੁਰਖ ਖਲੋਆ, ਫਿਰ ਬਾਲ ਨਾ ਵਿੰਗਾ ਹੋਆ। ਫਿਰ ਬਾਲ ਵੀ ਵਿੰਗਾ ਨਹੀਂ ਹੁੰਦਾ ਉਹਨਾਂ ਦਾ। ਇਸ ਲਈ ਬਾਬਾ ਜੀ ਕਹਿੰਦੇ ਸੀ ਡੋਲਣ ਦੀ ਲੋੜ ਨਹੀਂ, ਤਕੜੇ ਹੋਣ ਦੀ ਲੋੜ ਹੈ। ਪਰ ਅਸੀਂ ਨਿਤਨੇਮ ਨਹੀਂ ਛੱਡਣਾ, ਬਾਣੀ ਜ਼ਰੂਰ ਪੜ੍ਹਨੀ ਹੈ। ਇਹ ਬਾਬਾ ਜੀ ਕਹਿੰਦੇ ਸੀ ਭਾਈ, ਇਹਦੇ ਨਾਲ ਸਾਡੇ 'ਤੇ ਫਿਰ ਗੁਰੂ ਨਾਨਕ ਦੀ ਮਿਹਰ ਬਣੀ ਰਹੇਗੀ। ਜਿਵੇਂ ਜੈ ਜੈ ਪੇਖੋਂ ਤੈ ਹਜੂਰ, ਦੂਰ ਕਥੂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਈਤ ਊਤ ਨਾ ਵਿਸੜੈ, ਸੋ ਸੰਗੀ ਗਣੀਆਂ। ਮਾਲਕ ਕਿਤੇ ਵਿਸੜਦਾ? ਮਾਲਕ ਨਹੀਂ ਵਿਸੜਦਾ। ਬਾਬਾ ਜੀ ਕਹਿੰਦੇ ਬੰਦੇ ਵਿੱਚ ਔਗਣ ਨਾ ਇਹ ਜੇ ਹੋਣ ਜਿਹਦੇ ਨਾਲ ਮਾਲਕ ਨਫ਼ਰਤ ਖਾਵੇ। ਨਹੀਂ, ਅਸੀਂ ਚੰਗੇ ਗੁਣ ਕਰਨੇ ਆ, ਆਪਣੇ ਮਾਲਕ ਨੂੰ ਯਾਦ ਰੱਖਣਾ ਹੈ, ਚੰਗੇ ਕੰਮ ਕਰਨੇ ਆ, ਇੱਜ਼ਤ ਵਾਲੇ ਕੰਮ ਕਰਨੇ ਆ, ਚੋਰਾਂ ਯਾਰਾਂ ਤੋਂ ਦੂਰ ਰਹਿਣਾ, ਭਲੇ ਮਾਨਸ ਬਣਨਾ। ਸਾਡੇ ਨੌਜਵਾਨ ਬੱਚੇ ਪਨੀਰੀਆਂ ਤੇ ਭਾਈ ਜਿਹੜੇ ਸਿਆਣੇ ਬੱਚੇ ਆ ਉਹ ਮਾਪਿਆਂ ਦਾ ਹੁਕਮ ਮੰਨਦੇ ਆ, ਮਾਪਿਆਂ ਦੀ ਆਗਿਆ ਵਿੱਚ ਰਹਿੰਦੇ ਆ। ਜਿਹੜੇ ਬੱਚੇ ਨਸ਼ੇੜੀ ਹੋ ਜਾਂਦੇ ਆ ਉਹ ਫਿਰ ਚੋਰੀਆਂ ਜਾਰੀਆਂ ਕਰਦੇ ਆ, ਮੋਟਰਸਾਈਕਲ ਲੁੱਟਦੇ ਆ, ਲੋਕਾਂ ਦੇ ਬਟੂਏ ਵੀ ਖੋਹਦੇ ਆ, ਇਹੋ ਜਿਹੀਆਂ ਹਰਕਤਾਂ ਕਰਦੇ ਆ। ਨਾ ਭਾਈ, ਇਹ ਮਾੜੀਆਂ ਚੀਜ਼ਾਂ, ਇਹਨਾਂ ਤੋਂ ਬਚੋ, ਨਸ਼ਿਆਂ ਤੋਂ ਬਚੋ। ਇਹ ਜਿਹੜੇ ਨਸ਼ੇ ਆ ਇਹ ਸਾਡੀ ਜ਼ਿੰਦਗੀ ਖਰਾਬ ਕਰਦੇ ਆ। ਬਾਬਾ ਜੀ ਨੇ ਬਾਣੀ ਅੰਦਰ ਵੀ ਕਿਰਪਾ ਕੀਤੀ ਹੈ, ਜਿਸ ਪੀਤਿਆਂ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਏ। ਉਹਨੂੰ ਆਪਣੇ ਪਰਾਏ ਦਾ ਪਤਾ ਹੀ ਨਹੀਂ ਰਹਿੰਦਾ, ਉਹ ਖਸਮੋਂ ਧੱਕੇ ਖਾਣ ਵਾਲੀ ਗੱਲ ਹੈ। ਇਸ ਲਈ ਭਾਈ ਅਸੀਂ ਚੰਗੇ ਕੰਮ ਕਰਨੇ ਆ, ਮਾਤਾ ਪਿਤਾ ਦਾ ਕਹਿਣਾ ਮੰਨਣਾ। ਜਿਹੜੇ ਬੱਚੇ ਮਾਪਿਆਂ ਦਾ ਕਹਿਣਾ ਮੰਨਦੇ ਆ ਫਿਰ ਉਹਨਾਂ 'ਤੇ ਗੁਰੂ ਨਾਨਕ ਦੀ ਮਿਹਰ ਹੁੰਦੀ ਹੈ। ਮਾਂ ਇੱਕ ਐਸੀ ਚੀਜ਼ ਹੈ, ਜਿਹੜੀ ਮਾਂ 9 ਮਹੀਨੇ ਆਪਣੇ ਬੱਚੇ ਨੂੰ ਪੇਟ ਵਿੱਚ ਰੱਖਦੀ ਹੈ, ਸਾਰੀ ਉਮਰ ਅਰਦਾਸਾਂ ਕਰਦੀ ਹੈ ਬਈ ਮੇਰਾ ਬੱਚਾ ਜਾਂ ਬੱਚੀ ਆ ਉਹ ਸਿਆਣਾ ਹੋਵੇ, ਉਹ ਚੰਗਾ ਹੋਵੇ, ਉਹ ਸੋਹਣਾ ਸੁਨੱਖਾ ਹੋਵੇ। ਫਿਰ ਜਦੋਂ ਪੈਦਾ ਹੋ ਜਾਂਦਾ ਤੇ ਉਹਦਾ ਗੰਦਮੰਦ ਵੀ ਚੁੱਕਦੀ ਹੈ ਤੇ ਉਹਨੂੰ ਵੱਡਿਆ ਵੀ ਕਰਦੀ ਹੈ। ਫਿਰ ਉਹਦੇ ਵਿਆਹ ਸ਼ਾਦੀਆਂ ਦੀ ਸੁੱਖਣਾ ਸੁੱਕਦੀ ਹੈ, ਪੜ੍ਹਾਉਣ ਦੀ ਸੁੱਖਣਾ ਸੁੱਕਦੀ ਹੈ। ਸਾਰੀ ਜ਼ਿੰਦਗੀ ਵਿਚਾਰੀ ਦੀ ਲੰਘ ਜਾਂਦੀ ਹੈ। ਇਸੇ ਲਈ ਬਾਬਾ ਜੀ ਨੇ ਆਪਣੀ ਬਾਣੀ ਅੰਦਰ ਜ਼ਿਕਰ ਕੀਤਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ ਹੈ। ਪਹਿਲਾਂ ਮਾਂ ਦਾ ਨਾਂ ਲਿਆ, ਪਿਓ ਦਾ ਬਾਅਦ ਵਿੱਚ ਲਿਆ। ਮਾਂ ਪੈਦਾ ਕਰਦੀ ਹੈ ਤੇ ਪਿਓ ਕਮਾਈ ਕਰਦਾ। ਤੇ ਫਿਰ ਅਸੀਂ ਵੱਡੇ ਹੁੰਦੇ ਆ, ਜਦੋਂ ਪੜ੍ਹ ਲਿਖ ਜਾਂਦੇ ਆ ਫਿਰ ਕਈ ਮਾਪਿਆਂ ਨੂੰ ਭੁੱਲ ਜਾਂਦੇ ਆ। ਨਾ ਭਾਈ, ਮਾਪਿਆਂ ਨੂੰ ਕਦੇ ਨਹੀਂ ਭੁੱਲਣਾ, ਮਾਪਿਆਂ ਨੂੰ ਕਦੇ ਮਾੜਾ ਨਹੀਂ ਕਹਿਣਾ। ਮਾਪੇ ਬਹੁਤ ਵੱਡੀ ਚੀਜ਼ ਹੁੰਦੇ ਆ। ਜਿਹਦੇ ਮਾਪੇ ਨਾਰਾਜ਼ ਹੋ ਜਾਣ ਉਹ 'ਤੇ ਗੁਰੂ ਸਾਹਿਬ ਦੀ ਪ੍ਰਸੰਨਤਾ ਕਦੇ ਵੀ ਨਹੀਂ ਹੁੰਦੀ। ਭਾਵੇਂ ਉਹ ਪੁੱਠਾ ਲਟਕਲੇ, ਉਹ 'ਤੇ ਪ੍ਰਸੰਨਤਾ ਨਹੀਂ ਹੁੰਦੀ। ਕਿਤੇ ਹੁੰਦੀ ਹੈ ਜਿਹੜਾ ਭਾਈ ਮਾਪਿਆਂ ਨੂੰ ਖੁਸ਼ ਰੱਖਦਾ। ਅਸੀਂ ਤੁਹਾਡੇ ਮੂਹਰੇ ਅੱਜ ਬੈਠ ਕੇ ਬੋਲ ਰਹੇ ਹਾਂ, ਬੋਲ, ਪਰ ਗੁਰੂ ਦੀ ਕਿਰਪਾ ਨਾਲ ਇਹ ਤਾਂ ਤੁਹਾਨੂੰ ਸਿੱਖ ਟੂਕ ਮਾਤਰ ਗੱਲ ਦੱਸਦੇ ਆ। ਸਾਡੇ ਵੀ ਮਨ ਵਿੱਚ ਇਹ ਗੱਲ ਵਸੀ ਹੋਈ ਸੀ ਬਈ ਮਾਤਾ ਪਿਤਾ ਦਾ ਹੁਕਮ ਮੰਨਣਾ। ਸਾਡੀ ਭਾਵਨਾ ਤਾਂ ਕੋਈ ਨਹੀਂ ਸੀ ਗੁਰੂ ਘਰ ਆਉਣ ਦੀ।
ਪਰ ਮਾਤਾ ਪਿਤਾ ਨੇ ਸਾਨੂੰ ਇੱਥੇ ਛੱਡ ਦਿੱਤਾ। ਤੇ ਫਿਰ ਬਾਬਾ ਜੀ ਨੇ ਇਹੋ ਜਿਹੀ ਮਿਹਰ ਕਰ ਦਿੱਤੀ ਤੇ ਸਾਡੇ ਸਾਰੇ ਫੁਰਨੇ ਖਤਮ ਕਰ ਦਿੱਤੇ, ਆਪਣੇ ਬਣਾ ਲਿਆ। ਤੇ ਇੱਕੋ ਹੀ ਫੁਰਨਾ ਰਹਿੰਦਾ ਸੀ ਬਈ ਇਹ ਜ਼ਿੰਦਗੀ ਬਾਬਾ ਜੀ ਦੇ ਚਰਨਾਂ ਵਿੱਚ ਲੱਗ ਜਾਵੇ। ਇਹੀ ਫੁਰਨਾ ਸੀ, ਹੋਰ ਨਹੀਂ ਸੀ ਕੋਈ ਫੁਰਨਾ। ਇੱਕ ਬੰਦਾ ਆ ਗਿਆ ਸਾਡੇ ਕੋਲੇ, ਸੀ ਤਾਂ ਉਹ ਸਾਡੇ ਨਗਰ ਦਾ ਹੀ, ਬਾਬਾ ਜੀ ਦੀ ਮੌਜੂਦਗੀ ਵਿੱਚ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦੇ ਕੋਈ ਸੰਤ ਸਰੀਰ ਛੱਡ ਗਿਆ, ਉਹਦੀ ਥਾਂ ਤੇ ਮੈਨੂੰ ਕਹਿੰਦਾ ਬਈ ਤੈਨੂੰ ਪੱਗ ਦੇਣੀ ਹੈ, 200 ਕਿੱਲਾ ਜ਼ਮੀਨ ਹੈ, 40 ਲੱਖ ਰੁਪਈਆ ਉਹਦਾ ਬੈਂਕ ਵਿੱਚ ਹੈ ਤੇ 15-20 ਮਹਿਸਾਂ ਹੈ, ਬਹੁਤ ਵੱਡਾ ਏਰੀਆ ਗੁਰਦੁਆਰਾ ਹੈ, ਤੇ ਤੂੰ ਇੱਕ ਗੇਰੀ ਪੱਗ ਲੈ ਲਾ, ਫਿਰ ਭਾਵੇਂ 15-20 ਦਿਨਾਂ ਬਾਅਦ ਇੱਥੇ ਹੀ ਆ ਜੀ। ਮੈਂ ਕਿਹਾ ਤੂੰ ਇੱਕ ਵਾਰੀ ਦੀ ਗੱਲ ਕਰਦਾ, ਮੇਰਾ ਫੁਰਨਾ ਹੀ ਨਹੀਂ ਇਸ ਪਾਸੇ, ਮੈਂ ਨਹੀਂ ਇਸ ਤਰ੍ਹਾਂ ਨੂੰ ਜਾਣਾ, ਭਾਵੇਂ ਇੱਧਰਲੀ ਇੱਧਰ ਹੋ ਜੇ। ਸਾਡਾ ਇੱਕ ਸਾਥੀ ਸੀ ਨਾਲ, ਪਿਆਰ ਵਾਲਾ ਬੰਦਾ, ਮੈਂ ਕਿਹਾ ਇਹਨੂੰ ਦੇ ਦੇ। ਕਹਿੰਦਾ ਲੈ ਇਹਨੂੰ ਪੱਗ ਦਵਾਉਣੀ ਹੁੰਦੀ ਤਾਂ ਮੈਂ ਉੱਥੇ ਹੀ ਦੇ ਦਿੰਦਾ, ਗੱਲ ਤਾਂ ਤੇਰੀ ਹੈ। ਕਹਿੰਦਾ ਮੈਂ ਸਾਰੀ ਉਮਰ ਨਹੀਂ ਬੁਲਾਉਣਾ ਤੈਨੂੰ। ਮੈਂ ਕਿਹਾ ਨਾ ਬੁਲਾਈ, ਮੈਂ ਕੀ ਲੈਣਾ, ਮੈਂ ਤਾਂ ਬਾਬਾ ਜੀ ਦਾ ਬਣਿਆ, ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਦਾ। ਮੇਰੀ ਨਿਗਾਹ 'ਚ ਕੋਈ ਚੀਜ਼ਾਂ ਨਹੀਂ, ਮੈਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ। ਤੇ ਮਗਰੋਂ ਫਿਰ ਉਹ ਬੰਦਾ ਯਾਦ ਕਰਦਾ ਸੀ, ਉਹ ਸੀਗਾ ਭਾਗ ਸਿੰਘ ਡੇਰੇ ਵਾਲਾ ਚੰਨਣਵਾਲ ਤੋਂ। ਤੇ ਇਸ ਤਰ੍ਹਾਂ ਭਾਈ ਇਹਨਾਂ ਚੀਜ਼ਾਂ ਨੂੰ ਲੱਤ ਮਾਰਨੀ ਪੈਂਦੀ ਹੈ। ਬਾਬਾ ਜੀ ਕਹਿੰਦੇ ਸੀ ਭਾਈ ਤਿਆਗ ਰੱਖਣਾ ਪੈਂਦਾ ਹੈ, ਜਿਵੇਂ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੋ ਕਿਰਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੈ ਚੜ੍ਹੈ ਸਬਾਇਆ। ਪਰ ਭਾਈ ਅਸੀਂ ਤਾਂ ਚੰਗਾ ਵਧੀਆ ਸਕਦੇ ਸੀ, ਸਰੀਰ ਵੀ ਸਾਡਾ ਪੂਰਾ ਨਰੋਆ ਸੀ, ਹੁਣ ਵੀ ਨਰੋਆ, ਮਾੜੇ ਮੋਟੇ ਗੋਡਿਆਂ ਦੇ ਸਪਰਿੰਗ ਜੇ ਢਿੱਲੇ ਆ, ਉਹ ਅਸੀਂ ਠੀਕ ਆ। ਤੇ ਕਿਹੜਾ ਸਾਨੂੰ ਬਾਬਾ ਜੀ ਕਹਿਣ ਲੱਗੇ, ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਆਪਣੇ ਗੁਰਦੁਆਰੇ ਦੇ ਇੱਧਰਲੇ ਪਾਸੇ ਕੋਈ ਸੇਵਾ ਚੱਲਦੀ ਸੀ, ਬਾਬਾ ਜੀ ਕਹਿਣ ਲੱਗੇ ਘਾਲਿਆ ਆ ਦਰਸ਼ਨੀ ਡਿਊਟੀ ਦੀ ਸੇਵਾ ਚੱਲਦੀ ਸੀ, ਜਾਂ ਡਿਊਟੀ ਤੋਂ ਤੇ ਸੀਮੈਂਟ ਦੀਆਂ 2 ਬੋਰੀਆਂ ਲਿਆ ਚੱਕ ਕੇ। ਹੁਣ ਅਸੀਂ ਚਲੇ ਗਏ, ਮੈਂ ਕਿਹਾ ਮਨਾ 2 ਗੇੜੇ ਲਾਵਾਂਗੇ, ਆਪਾਂ ਇੱਕੇ ਗੇੜੀ ਲੈ ਚੱਲਦੇ ਹਾਂ। ਅਸੀਂ ਢਿੱਗ ਨਾਲ ਲਾ ਕੇ ਇੱਕ ਇੱਧਰਲੇ ਮੋਢੇ 'ਤੇ ਬੋਰੀ ਧਰ ਲਈ, ਇੱਕ ਇੱਧਰਲੇ ਮੋਢੇ 'ਤੇ ਧਰ ਲਈ, ਐਂ ਧਰ ਕੇ ਅਸੀਂ ਸਰੋਵਰ ਦੇ ਉੱਤੋਂ ਦੀ ਲੈ ਆਏ। ਜਦੋਂ ਲਿਜਾ ਕੇ ਸਿੱਟੀਆਂ, ਬਾਬੇ ਕਹਿੰਦੇ ਵਾਹ ਬਈ ਵਾਹ, ਤਾਂ ਤੂੰ ਕਮਾਲ ਕਰਤੀ, ਇੱਕੇ ਗੇੜੇ 'ਚ 2 ਲਿਆ। ਬਈ ਐਂ ਕਰ 20 ਬੋਰੀਆਂ ਲਿਆ ਦੇ ਸਾਨੂੰ। ਤੇ ਫਿਰ ਅਸੀਂ 2-2 ਉਵੇਂ ਲਿਆਏ ਤੇ ਚੱਕ ਕੇ। ਹੁਣ ਐਂ ਭਾਰ ਚੱਕਦੇ ਸੀ, ਭਾਰ ਭੂਰ ਦਾ ਕੋਈ ਮਤਲਬ ਹੀ ਨਹੀਂ ਸੀ, ਮਾਲਕ ਦਾ ਹੋਵੇ ਹੁਕਮ। ਤੇ ਫਿਰ ਉੱਥੇ ਲਿਚ ਗੜੀਚੀਆਂ। ਇੱਥੇ ਕਈ ਲੋਕ ਜੇ 4 ਚਪੇੜਾਂ ਮਾਰਦੀ ਉਹਦੀ ਸੋਚਣ ਲੱਗ ਜਾਂਦੇ ਆ, ਹੁਣ ਮੈਂ ਕਿਹੜਾ ਰਾਹ ਫੜਾਂ, ਕਿੱਧਰ ਨੂੰ ਜਾਵਾਂ। ਸਾਡੇ ਦਿਮਾਗ ਇਹੋ ਜਿਹੇ ਆ ਤੇ ਭਾਲਦੇ ਆ ਸੰਤਗੀਰੀਆਂ। ਬਾਬਾ ਜੀ ਕਹਿੰਦੇ ਸੀ ਤਿੱਖੀ ਤੇਗ ਤੇ ਤੁਰਨਾ, ਤਿੱਖੀ ਤੇਗ ਤੇ। ਇਹ ਨਹੀਂ ਵੀ ਚੋਲਾ ਪਾ ਕੇ ਸੰਤ ਬਣ ਗਏ, ਆਪਣੇ ਅੰਦਰ ਝਾਤੀ ਮਾਰ ਕੇ ਚੱਲਣਾ। ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ, ਬਾਬਾ ਜੀ ਸਾਨੂੰ ਤਾਂ ਆਪਣੇ ਸੇਵਾਦਾਰ ਹੀ ਬਣਾ ਲਓ, ਇਹੀ ਬਹੁਤ ਹੈ। ਜੇ ਤੁਹਾਡੇ ਸੇਵਾਦਾਰ ਬਣ ਗਏ ਤਾਂ ਰਹਿ ਕੀ ਗਿਆ। ਆ ਸਾਡੇ ਥੱਲੇ ਗੱਦੀ ਜੀ ਵਸਾਈ ਹੁੰਦੀ ਹੈ, ਹੁਣ ਤਾਂ ਸਾਤੋਂ ਬੈਠੇ ਹੀ ਨਹੀਂ ਜਾਂਦਾ ਇਹ ਤੋਂ ਬਗੈਰ। ਜਦੋਂ ਅਸੀਂ ਬਚਨ ਵਿਲਾਸ ਕਰਨ ਲੱਗੇ ਨਾ ਪਹਿਲੀ ਗੇਰ, ਸਾਡੇ ਬਾਬਾ ਕਰਨੈਲ ਸਿੰਘ ਹੋਣੀ, ਤੇ ਉਹ ਸਾਡੇ ਹੈ ਭਰਾ, ਸਾਤੋਂ 10 ਸਾਲ ਵੱਡੇ ਹੈ, ਸਾਨੂੰ ਮਾਣ ਵੀ ਹੈ, ਖੁਸ਼ੀ ਵੀ ਹੈ ਤੇ ਸੇਵਾਦਾਰ ਵੀ ਹੈ। ਤੇ ਕਹਿਣ ਲੱਗੇ, ਮੈਂ ਕਿਹਾ ਵੀ ਕਰਨੈਲ ਸਿਆ ਅੱਜ ਮੇਰੇ ਮਨ ਵਿੱਚ ਬਲਬਲਾ ਹੈ,
ਬਈ ਬਲ ਹੈ, ਮੈਂ ਜਾ ਕੇ ਬਚਨ ਬਲਾਸ ਕਰਨੇ ਆ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਦੇ ਚੋਲਾ ਬਦਲੇ ਤੋਂ ਬਾਅਦ 5-6 ਮਹੀਨਿਆਂ ਬਾਅਦ। ਤੇ ਮੈਂ ਕਿਹਾ ਅੱਜ ਮੈਂ ਬਚਨ ਬਲਾਸ ਕਰਨੇ ਆ। ਹੁਣ ਅੱਗੇ ਕਦੇ ਮੈਂ ਸੋਹ ਨਿਹਾਲ ਵੀ ਨਹੀਂ ਸੀ ਬੋਲਿਆ, ਤੇ ਇਹ ਕਹਿੰਦੇ ਜੀ 7 ਵਚਨ। ਤੇ ਅਸੀਂ ਇੱਥੇ ਇਹ ਆਇਆ, ਸਾਡੇ ਗਿਆਨੀ ਭਜਨ ਸੋਹਣੀ ਹੁੰਦੇ ਸੀ ਜਿਹੜੇ ਵੱਡੇ ਆ, ਤੇ ਜਿਹੜੇ ਸੈਕਟਰੀ ਪੁਣਾ ਕਰਦੇ ਸੀ ਪਹਿਲਾਂ, ਕਰਨੈਲ ਸਿੰਘ ਹੋਣੀ ਪੁੱਛਣ ਆਏ ਤੇ ਕਹਿੰਦੇ ਜੀ ਬਈ ਬਾਬਾ ਜੀ ਨੇ ਟਾਈਮ ਲਾਉਣਾ। ਕਹਿੰਦਾ ਯਾਰ ਕਿਹੜੇ ਬਾਬਾ ਜੀ? ਉਹ ਕਹਿੰਦੇ ਜੀ ਹੁਣ ਭਾਵਨਾ ਸੀ। ਉਹ ਕਹਿੰਦੇ ਇੱਕੋ ਹੀ ਆ ਬਾਬਾ, ਹੋਰ ਕਿਹੜਾ? ਕਹਿੰਦੇ ਯਾਰ ਪਤਾ ਤਾਂ ਲੱਗੇ, ਨਾਂ ਤਾਂ ਲੈ। ਕਹਿੰਦੇ ਕਾਲਾ ਸਿੰਘ। ਅੱਗੇ ਕਾਲਾ ਸਿੰਘ ਕੀ ਬੋਲੂਗਾ ਇੱਥੇ? ਉਹ ਕਹਿੰਦੇ ਜਦੋਂ ਬੋਲੂਗਾ ਉਦੋਂ ਤੁਸੀਂ ਸੁਣ ਲਿਓ। ਕਹਿੰਦੇ ਚੰਗਾ ਆ ਜਾਣ ਦਿਓ, ਕੋਈ ਨਹੀਂ ਫਿਰ ਆ ਜਾਣ। ਤੇ ਬਾਬਾ ਜੀ ਨੇ ਆਪਣੇ ਕਰਨੈਲ ਸਿੰਘ ਹੋਣਾ ਨੇ ਲਿਆ ਕੇ ਮੈਨੂੰ ਕਹਿੰਦੇ ਆਸਣ ਚੱਕੀ ਆਵੇ। ਮੈਂ ਕਿਹਾ ਇਹ ਕੀ? ਕਹਿੰਦੇ ਮੈਂ ਤਾਂ ਉੱਥੇ ਵਸਾਊਂਗਾ, ਮੈਂ ਤੁਹਾਡਾ ਜੀਵਨ ਵੇਖਿਆ, ਜੇ ਮੈਨੂੰ ਨਾ ਪਤਾ ਹੋਵੇ, ਕੋਈ ਕਮਜ਼ੋਰੀ ਹੋਵੇ, ਮੈਂ ਉਹ ਜਿਹਾ ਬੰਨਾ, ਮੈਂ ਤਾਂ ਆਸਣ ਵਸਾਊਂ ਉੱਥੇ। ਮੈਂ ਕਿਹਾ ਜੀ ਤੁਹਾਡੀ ਮਰਜ਼ੀ ਆ, ਅਸੀਂ ਇਹਨਾਂ ਦਾ ਕਿਹਾ ਮੋੜਦੇ ਹੀ ਨਹੀਂ। ਤੇ ਇਹਨਾਂ ਨੇ ਆ ਕੇ ਆਸਣ ਵਸਾਤਾ ਤੇ ਅਸੀਂ ਬੈਠ ਕੇ ਪਹਿਲੇ ਦਿਨ ਹੀ 1 ਘੰਟਾ ਟਾਈਮ ਲਾਇਆ। ਤੇ ਭਜਨ ਸਿੰਘ ਹੀ ਸਾਨੂੰ ਐਂ ਟਾਈਮ ਦਿਖਾਉਣ। ਮੈਂ ਕਿਹਾ ਗੱਲ ਸੁਣ ਲਓ ਭਜਨ ਸਿੰਘ ਜੀ, ਬਈ 1.5 ਘੰਟਾ ਤਾਂ ਮੇਰੇ ਮਾਲਕ ਦਾ ਟਾਈਮ ਹੈ, ਤੇ ਅੱਧਾ ਘੰਟਾ ਮੇਰਾ ਲਾ ਲਓ, 2 ਘੰਟੇ ਤਾਂ ਮੇਰੇ ਪੱਕੇ ਆ, ਪਰ ਮੈਂ ਇੰਨੇ ਲਾਉਣੇ ਨਹੀਂ ਹੈ ਵੀ ਤੁਸੀਂ ਮੈਨੂੰ ਟਾਈਮ ਪੀਸ ਨਾ ਦਿਖਾਇਓ ਅੱਜ ਤੋਂ ਮੁੜ ਕੇ। ਪਰ ਉਹ ਇੰਨੇ ਗੁਰਮੁਖ ਸੀ, ਉਹਨਾਂ ਨੇ ਮੁੜ ਕੇ ਸਾਨੂੰ ਟਾਈਮ ਪੀਸ ਵੀ ਨਹੀਂ ਦਿਖਾਇਆ। ਤੇ ਇਸ ਤਰ੍ਹਾਂ ਭਾਈ ਹੁਣ ਵੀ ਸਾਡੀਆਂ ਟਾਈਮ ਦੀਆਂ, ਅੱਜ ਸਾਡੇ ਸੈਕਟਰੀ ਨੇ ਬੜਾ ਸੋਹਣਾ ਟਾਈਮ ਕੀਤਾ। ਉਹਨਾਂ ਨੇ 5 ਮਿੰਟ ਹੀ ਲਾ ਕੇ ਹਟ ਗਏ ਸਾਡੇ ਭਾਈ ਸੁਖਦੇਵ ਸਿੰਘ ਹੋਣੀ। ਤੇ ਉਦੋਂ ਬਾਅਦ ਉਹਨਾਂ ਨੇ ਸਾਡੇ ਨਾਨਕ ਜੀ ਉਹ ਟਾਈਮ ਦਿੰਦੇ ਰਹੇ ਆ, ਤੇ ਸਾਰਿਆਂ ਨੂੰ ਰਾਗੀਆਂ ਨੂੰ ਭੁਗਤਾ ਦਿੱਤਾ। ਤੇ ਪਰ ਬਾਬਾ ਜੀ ਇੱਕ ਬਚਨ ਕਰਦੇ ਸੀ। ਬਾਬਾ ਜੀ ਕਹਿੰਦੇ ਸੀ 12 ਵਜੇ ਤੱਕਰ ਜਿਹੜੇ ਰਾਗੀ ਕਥਨੀਆਂ ਕਰਦੇ ਆ ਨਾ ਪ੍ਰਚਾਰ, ਉਹਨਾਂ ਨੂੰ ਬਿਲਕੁਲ ਟਾਈਮ ਨਾ ਦਿਓ। ਜਿਹੜੇ ਸ਼ਬਦ ਲਾਉਣ, ਗੁਰਬਾਣੀ ਪੜ੍ਹਨ, ਉਹਨਾਂ ਨੂੰ ਟਾਈਮ ਦਿਓ। ਤੇ 12 ਵਜੇ ਤੋਂ ਬਾਅਦ ਪ੍ਰਚਾਰਕਾਂ ਦਾ ਟਾਈਮ ਹੈ। ਇਹ ਬਾਬਾ ਜੀ ਦਾ ਵਚਨ ਹੈ। ਤੇ ਹੁਣ ਜਣਾ ਕਣਾ ਹੀ ਕਹਿੰਦੇ ਸਾਨੂੰ ਟਾਈਮ ਲਿਖਾਈ ਜਾਂਦਾ, ਸਾਨੂੰ ਫਿਰ 2-2 4-4 ਮਿੰਟ ਦੇਣੇ ਪੈਂਦੇ ਆ ਟਾਈਮ। ਤੇ ਨਿਯਤ ਕੀਤੇ ਜਿਹੜੇ ਰਾਗੀ ਸਿੰਘ ਹੁੰਦੇ ਸੀ, ਉਹਨਾਂ ਨੂੰ ਫਿਰ 10-10 ਮਿੰਟ ਪਹਿਲਾਂ ਹੀ ਸਾਡੇ ਭਾਈ ਭਜਨ ਸਿੰਘ ਹੋਣੀ ਜਿਹੜੇ ਵੱਡੇ ਸੀ, ਉਹ ਪਹਿਲਾਂ ਹੀ 10-10 ਮਿੰਟ ਨਿਯਤ ਕਰ ਦਿੰਦੇ ਸੀ। ਉਹਨਾਂ ਤੋਂ ਬਾਅਦ ਫਿਰ ਜਿਹੋ ਜਿਹਾ ਟਾਈਮ ਹੁੰਦੇ ਸੀ ਉਹੋ ਜਿਹਾ ਵੰਡ ਦਿੰਦੇ ਸੀ। ਫਿਰ ਬਾਬਾ ਜੀ ਆ ਜਾਂਦੇ ਸੀ, ਬਾਬਾ ਨਾਰਾਇਣ ਸਿੰਘ ਜੀ ਮਹਾਰਾਜ, ਪਹਿਲਾਂ ਬਾਬਾ ਈਸਰ ਸਿੰਘ ਜੀ ਮਹਾਰਾਜ ਟਾਈਮ ਲਾਉਂਦੇ ਸੀ, ਬਾਬਾ ਸਾਧੂ ਸਿੰਘ ਜੀ ਵੀ ਲਾ ਲੈਂਦੇ ਸੀ। ਤੇ ਇਸ ਤਰ੍ਹਾਂ ਸੀ। ਹੁਣ ਜਣਾ ਕਣਾ ਹੀ ਕਹਿੰਦਾ ਮੈਂ ਬਾਬਾ ਬਣ ਜਾ ਇੱਥੇ ਪ੍ਰਚਾਰ ਕਰਕੇ। ਪਰ ਪਹਿਲਾਂ ਅਸੀਂ ਕਮਾਈ ਵਾਲੇ ਬਚਨ ਕਿਹਨੂੰ ਕਹਿੰਦੇ ਆ? ਆਪਦੇ ਤੇ ਘਟਦੇ ਹੋਣ ਉਹ ਬਚਨ ਕਹੋ। ਜੇ ਆਪਦੇ ਤਾਂ ਤੁਹਾਡੇ ਘਟਦੇ ਨਹੀਂ, ਗੱਲਾਂ ਤੁਸੀਂ ਮਾਰਦੇ ਹੋ ਵੱਡੀਆਂ ਵੱਡੀਆਂ। ਐਵੇਂ ਕਦੇ ਚਾਹ ਪੜੋਸੀ ਉਹਦੀ ਕਰਤੀ, ਕਦੇ ਉਹਦੇ ਸਿੱਟੇ ਮਾਰੀ ਹੈ, ਚਾਹ ਪੜੋਸੀ ਉਹਦੀ ਕਰਤੀ। ਤੇ ਇਹ ਚਾਹ ਪੜੋਸੀ ਵਾਲਾ ਥਾਂ ਹੈ। ਇਸ ਤਰ੍ਹਾਂ ਚਾਹ ਪੜੋਸੀ ਹੈ ਮਾਲਕ ਦੀ ਕਰੋ, ਬਾਬਾ ਆਨੰਦ ਸਿੰਘ ਜੀ ਦੀ ਕਰੋ, ਬਾਬਾ ਈਸਰ ਸਿੰਘ ਜੀ ਦੀ ਕਰੋ, ਜਾਂ ਜਿਹੜੇ ਸਤਿਕਾਰਯੋਗ ਮਹਾਂਪੁਰਸ਼ 3 ਚਲੇ ਗਏ ਉਹਨਾਂ ਦੀ ਕਰੋ। ਨਾ ਬਈ ਇੱਥੇ ਤਾਂ ਚੁਣ ਸੱਸੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਉੱਤਮ ਇਹੋ ਵਿਚਾਰ ਵੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਨਾ ਭਾਈ ਅਸੀਂ ਤਾਂ ਜਿਵੇਂ ਸੱਚ ਬੋਲਣਾ। ਤੇ ਇਸ ਲਈ ਗੁਰਮੁਖ ਪਿਆਰਿਓ, ਸਾਰੇ ਘਰ ਘਰ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫੋਟੋ ਰੱਖਿਆ ਕਰੋ। ਫੋਟੋ ਰੱਖ ਕੇ ਤੇ ਫਿਰ ਭਾਈ ਇਹ ਤੁਸੀਂ ਆਪਣਾ ਉਹਨਾਂ ਦੇ ਚਰਨਾਂ ਦਾ ਧਿਆਨ ਕਰਿਆ ਕਰੋ। ਫਿਰ ਬੈਠ ਕੇ ਉਹਨਾਂ ਅੱਗੇ ਪਾਠ ਪੂਜਾ ਕਰਿਆ ਕਰੋ। ਜਿਹੜੀਆਂ ਵੱਡੀਆਂ ਮਾਵਾਂ ਬਜ਼ੁਰਗ ਹੈ, ਤੇ ਉਹ ਭਾਈ ਵਾਹਿਗੁਰੂ ਵਾਹਿਗੁਰੂ ਸਤਿਨਾਮ ਮੂਲ ਮੰਤਰ ਦਾ ਪਾਠ ਕਰਿਆ ਕਰੋ। ਫਿਰ ਦੇਖੋ ਗੁਰੂ ਨਾਨਕ ਦੀ ਤੁਹਾਡੇ 'ਤੇ ਕਿੱਡੀ ਕਿਰਪਾ ਹੋਵੇਗੀ। ਇਸ ਲਈ ਗੁਰਮੁਖ ਪਿਆਰਿਓ,
ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ। ਤੇ ਅੱਜ ਪੂਰਨਮਾਸੀ ਦਾ ਦਿਹਾੜਾ, ਨਾਲੇ ਤਾਂ ਤੁਹਾਨੂੰ ਦੱਸਿਆ ਸੀ ਗਿਆਨੀ ਜੀ ਨੇ, ਸਤਨਾਮ ਸਿੰਘ ਨੇ, ਵੀ ਕਿੰਨੇ ਮਹਾਂਪੁਰਸ਼ਾਂ ਦਾ ਜਨਮ ਦਿਨ ਹੈ। ਸਾਡੇ ਕਬੀਰ ਜੀ ਹੋ ਗਏ, ਪਹਿਲਾਂ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਪੂਰਨਮਾਸੀ, ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਉਹਨਾਂ ਦਾ ਸਮਾਗਮ ਅੱਗੇ ਆ ਰਿਹਾ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦਾ ਅੱਜ ਆਗਮਨ ਪੁਰਬ ਹੈ। ਸਾਰੇ ਵਰਲਡ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ। ਤੇ ਇਸ ਤਰ੍ਹਾਂ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਇੱਥੇ ਹਰੇਕ ਪੂਰਨਮਾਸੀ ਤੇ ਅਗਲੇ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ, ਉਹ ਆਪਾਂ ਜ਼ਰੂਰ ਛਕਣਾ, ਉਹ ਤੋਂ ਵਾਂਝੇ ਨਹੀਂ ਰਹਿਣਾ। ਤੇ ਇਹਦੇ ਨਾਲ ਕੋਈ ਚੂੜਾ ਲੈ ਲਵੋ, ਤੇ ਸਾਡੇ ਛੋਟੇ ਬੱਚੇ ਆ ਉਹਨਾਂ ਨੂੰ ਚੂੜੇ ਦੇ ਸਕਦੇ ਆ। ਤੇ ਸਾਰੇ ਭਾਈ ਅੰਮ੍ਰਿਤ ਜ਼ਰੂਰ ਛਕੋ, ਅੰਮ੍ਰਿਤ ਪੀਵੋ ਸਦਾ ਚੇ ਜੀਵੋ, ਨਾਮ ਜਪੋ ਹਰ ਰੰਗ, ਨਾਮ ਜਪਣ ਕੋ ਜੇਬਾ ਦਿੱਤੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨਾ ਆਵੇ ਲੱਖੀ। ਇਹ ਸਵਾਸ ਐਵੇਂ ਤੁਰੇ ਜਾਂਦੇ ਆ, ਆਉਣਗੇ ਕਿਵੇਂ? ਬਾਬਾ ਜੀ ਕਿਰਪਾ ਕਰਦੇ ਸੀ ਜੇ ਭਾਈ ਅੰਮ੍ਰਿਤ ਵੇਲੇ ਨੂੰ ਸਾਂਭਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਨਿਤਨੇਮ ਕਰਾਂਗੇ, ਬਾਣੀ ਪੜ੍ਹਾਂਗੇ, ਗੁਰੂ ਵਾਲੇ ਬਣਾਂਗੇ, ਫਿਰ ਭਾਈ ਸਾਡੇ 'ਤੇ ਗੁਰੂ ਨਾਨਕ ਦੀ ਮਿਹਰ ਹੋਵੇਗੀ। ਤੇ ਇਸ ਤਰ੍ਹਾਂ ਭਾਈ ਦਰਗਾਹੀ ਪ੍ਰਸ਼ਾਦ ਇੱਥੋਂ ਪੁੰਨਿਆਂ 'ਤੇ ਦਿੱਤਾ ਜਾਂਦਾ। ਤੇ ਇਸ ਤਰ੍ਹਾਂ ਭਾਈ ਬਾਬਾ ਜੀ ਕਹਿੰਦੇ ਸੀ ਤੁਸੀਂ ਮਹੀਨੇ ਬਾਅਦ ਆਉਂਦੇ ਹੋ। ਕਈ ਸੰਗੀ ਪੱਕੇ ਲੱਗੇ ਹੋਏ ਆ, ਜਾਂ ਸੁਖਮਨੀ ਸਾਹਿਬ ਦੇ ਪਾਠ 2, ਜਾਂ ਜਪਜੀ ਸਾਹਿਬ ਦੇ 250 ਪਾਠ, ਜਾਂ ਮੂਲ ਮੰਤਰ ਦਾ ਪਾਠ 108 ਮਣਕੇ ਦੀ ਮਾਲਾ 6 ਰੋਜ਼, ਜਾਂ ਵਾਹਿਗੁਰੂ ਸ਼ਬਦ ਦੀਆਂ 80 ਮਾਲਾ, ਜਾਂ ਰਾਮ ਰਾਮ ਦੀਆਂ 160 ਮਾਲਾ। ਇਹ ਮਹੀਨਾ ਭਰ ਅਸੀਂ ਕਰੀਏ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲੇਗਾ। ਅਸੀਂ ਕਦੇ ਵੀ ਰੋਟੀ ਖਾਣੋਂ ਬਸਕ ਭੁੱਲ ਜਾਈਏ, ਪਰ ਨਿਤਨੇਮ ਵੱਲੋਂ ਨਾ ਅਸੀਂ ਘੌਲੀ ਹੋਈਏ, ਇਹ ਅਸੀਂ ਜ਼ਰੂਰ ਕਰਨਾ। ਤੇ ਇਸ ਲਈ ਸਾਡੇ ਉਹ ਕਿੱਡਾ ਵੱਡਾ ਸੰਘਰਸ਼ ਚੱਲਦਾ। ਹੁਣ ਕਈ ਬੰਦੇ ਭੁੱਲਦੇ ਜਾਂਦੇ ਆ ਨਾ ਬਈ, ਸਾਡੇ ਕਿੰਨੇ ਜ਼ਿਮੀਂਦਾਰ ਲੋਕ ਬੈਠੇ ਆ ਵਿਚਾਰੇ ਬਾਰਡਰ ਦੇ ਉੱਤੇ, ਤੇ ਸੰਯੁਕਤ ਮੋਰਚੇ ਵਾਲੇ, ਤੇ ਉਹਨਾਂ ਲਈ ਵੀ ਆਪਾਂ ਅਰਦਾਸ ਕਰੀਏ, ਬਾਬਾ ਜੀ ਕਿਰਪਾ ਕਰੋ। ਇਹ ਜਿਹੜੇ ਵੱਡੇ ਲੋਕ ਹੈ, ਵੱਡੇ ਲੋਕ, ਇਹਨਾਂ ਦੇ ਦਿਮਾਗ ਸੁੱਧ ਹੋਣ। ਬਾਬਾ ਜੀ ਕਿਰਪਾ ਕਰਦੇ ਸੀ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀਐ, ਬਹਿ ਲੇਖਾ ਕਰ ਸਮਝਾਇਆ। ਜਿਹੜੇ ਵੱਡੇ ਵੱਡੇ ਲੋਕ ਆ ਨਾ, ਦੁਨੀਆ ਚੁਣਤਾ ਦਿੰਦੀ ਹੈ ਇਹਨਾਂ ਨੂੰ, ਪਰ ਇਹਨਾਂ ਦੀ ਮੱਤ ਬੁੱਧ ਹੈ ਜਿਹੜੀ ਉਹੀ ਜੀ ਨਹੀਂ ਰਹਿੰਦੀ। ਤੇ ਫਿਰ ਬਾਬਾ ਜੀ ਕਹਿੰਦੇ ਸੀ ਭਾਈ ਜਦੋਂ ਇਹਨਾਂ ਦੀ ਇਹ ਠੱਗੀਆਂ ਮਾਰਦੇ ਆ, ਝੂਠ ਬੋਲਦੇ ਆ, ਧੋਖੇ ਕਰਦੇ ਆ, ਬਲ ਫਰੇਬ ਕਰਦੇ ਆ, ਤੇ ਫਿਰ ਇਹਨਾਂ ਨੂੰ ਜਦੋਂ ਜਾਂਦੇ ਆ ਨਾ ਧਰਮਰਾਜ ਕੋਲੇ ਜਮਦੂਤ ਲੈ ਕੇ, ਫਿਰ ਇਹਨਾਂ ਦੀ ਧੂ ਘੜੀਸ ਕਰਦੇ ਆ। ਜਦੋਂ ਧਰਮਰਾਜ ਦੇ ਸਾਹਮਣੇ ਲਿਆ ਕੇ ਖੜੇ ਕਰਦੇ ਆ, ਫਿਰ ਧਰਮਰਾਜ ਪੁੱਛਦਾ ਹੈ, ਹਾਂ ਬਈ ਤੈਨੂੰ ਦੁਨੀਆ 'ਤੇ ਭੇਜਿਆ ਸੀ ਚੰਗੇ ਕੰਮ ਕਰਨ ਵਾਸਤੇ, ਤੈਨੂੰ ਰਾਜ ਭਾਗ ਵੀ ਦੇ ਦਿੱਤਾ, ਪਰ ਤੂੰ ਚੰਗਾ ਕੰਮ ਨਹੀਂ ਕੀਤਾ, ਇਸ ਲਈ ਤੇਰੇ ਸਾਰੇ ਕਾਟੇ ਹੀ ਆ, ਤੂੰ ਕੋਈ ਚੰਗਾ ਕੰਮ ਨਹੀਂ ਕੀਤਾ। ਇੰਨੀ ਦੁਨੀਆ ਦਾ ਨੁਕਸਾਨ ਕਰ ਦਿੱਤਾ, ਇੰਨੀ ਦੁਨੀਆ ਮਰਵਾ ਦਿੱਤੀ ਆਪਦੀ ਕੁਰਸੀ ਖਾਤਰ, ਤੇ ਹੁਣ ਤੂੰ ਭਾਈ ਨਰਕਾਂ ਦਾ ਅਧਿਕਾਰੀ ਆ। ਉਹਨੂੰ ਫਿਰ ਨਰਕਾਂ ਵੱਲ ਭੇਜ ਦਿੰਦੇ ਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀਐ, ਬਹਿ ਲੇਖਾ ਕਰ ਸਮਝਾਇਆ। ਬੰਦੇ ਸੇ ਜੇ ਪਵੇ ਵਿੱਚ ਬੰਦੀ, ਕਿਹੜੀ ਬੰਦੀ ਵਿੱਚ? ਗੁਰੂ ਕੇ ਹੁਕਮ ਵਿੱਚ। ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਜੇ ਆਪਣੇ ਮਾਲਕ ਦੇ ਦੀਦਾਰ ਚਾਹੁੰਦਾ ਤਾਂ ਹੁਕਮ ਦੇ ਦਾਇਰੇ ਵਿੱਚ ਆ, ਅੰਮ੍ਰਿਤ ਛਕ, ਗੁਰੂ ਵਾਲਾ ਬਣ, ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਤੇ ਆਏ, ਨੈਣੀ ਦੇਖੋ ਗੁਰ ਦਰਸ਼ਨਾ, ਗੁਰ ਚਰਨੀ ਮੱਥਾ।
ਨਾਨਕ ਚਰਨੀ ਲੱਗਿਆ ਉਧਰੈ ਸਭੋ ਕੋਇ। ਜੇ ਗੁਰੂ ਨਾਨਕ ਦੇ ਚਰਨੀ ਲੱਗ ਜਾਵਾਂਗੇ, ਸਾਡੇ ਤੇ ਗੁਰੂ ਨਾਨਕ ਦੀ ਮਿਹਰ ਹੋ ਜਾਵੇਗੀ। ਉਹ ਹਰੀ ਸੈਣ ਰਾਜਾ ਪੰਜਵੇਂ ਪਾਤਸ਼ਾਹ ਦੇ ਕੋਲ ਜਦੋਂ ਗਿਆ, ਉਹਨੇ 1.25 ਲੱਖ ਰੁਪਈਆ ਮੱਥਾ ਟੇਕਿਆ। ਉੱਥੇ ਜਦੋਂ ਕਥਾ ਕਰ ਰਿਹਾ ਸੀ ਭਾਈ, ਉਹਨੇ ਕਹਿ ਦਿੱਤਾ, ਲੇਖ ਨਾ ਮੇਟੀ ਹੈ ਸਕੀ, ਜੋ ਲਿਖਿਆ ਕਰਤਾਰ। ਤੇ ਉਹਦੇ ਮਨ ਵਿੱਚ ਵਹਿਮ ਬਣ ਗਿਆ। ਰਾਣੀ ਨੂੰ ਕਹਿਣ ਲੱਗਿਆ, ਰਾਣੀ ਬਈ ਇੰਨੀ ਆਪਾਂ ਸੇਵਾ ਕੀਤੀ ਹੈ, ਤੇ ਜੇ ਕੁਛ ਬਣਨਾ ਹੀ ਨਹੀਂ, ਜੇ ਆਪਣਾ ਕੋਈ ਭਲਾ ਹੀ ਨਹੀਂ ਹੋਣਾ, ਤੇ ਸੇਵਾ ਕੀਤੀ ਦਾ ਕੀ ਫਾਇਦਾ। ਜਿਵੇਂ ਮਾਈਆਂ ਰੱਬ ਰਜਾਈਆਂ। ਰਾਣੀ ਕਹਿੰਦੀ, ਕੋਈ ਨਹੀਂ ਜੀ, ਗੁਰੂ ਕਾ ਸਿੱਖ ਲੈ ਕੇ ਆਇਆ, ਆਪਾਂ ਕੁਛ ਦਿਨ ਅੜਕਦੇ ਹਾਂ, ਆਪੇ ਗੁਰੂ ਭਲੀ ਕਰੇਗਾ। ਰਾਜਿਆਂ ਦਾ ਸੁਭਾਅ ਹੁੰਦਾ ਸ਼ਿਕਾਰ ਜਾਣਾ। ਉਹਨੂੰ ਰਾਤ ਨੂੰ ਪਹਿਲਾਂ ਸੁਪਨਾ ਆਇਆ, ਬਈ ਮੈਂ ਕਿਸੇ ਗਰੀਬ ਘਰ ਦੇ ਵਿੱਚ ਜਾ ਕੇ ਜਨਮ ਲੈ ਲਿਆ, ਮੇਰੇ 7-8 ਨਿਆਣੇ ਹੋ ਗਏ, ਤੇ ਨਿਆਣੇ ਉਹਦੀ ਕੋਈ ਡਿਊਟੀ ਵੀ ਸੁਬਿਆ ਵਿੱਚ ਲੱਗ ਗਈ ਜਲਾਦਾਂ ਵਾਲੀ, ਤੇ ਰੋਟੀ ਮਸਾਂ ਜੁੜੇ, ਬੱਚਿਆਂ ਦੇ ਲੀੜੇ ਨਾ ਪਾਉਣ ਨੂੰ। ਮਗਰੋਂ ਸਰੀਰ ਛੱਡ ਗਿਆ, ਉਹਨੂੰ ਦੱਬਿਆ ਏ। ਉਹਨੂੰ ਸਾਰਾ ਆਪਦਾ ਏਰੀਆ ਦਿਸਿਆ, ਉਹਨੂੰ ਤਿਉ ਆਇਆ ਉਹ ਜਗ੍ਹਾ ਦਾ। ਦੂਜੇ ਦਿਨ ਜਦੋਂ ਉੱਤੇ ਸ਼ਿਕਾਰ ਗਿਆ, ਉਸੇ ਜਗ੍ਹਾ 'ਤੇ ਜਾ ਵੜਿਆ। ਉੱਥੇ ਜਾ ਕੇ ਵੱਟ 'ਤੇ ਬਹਿ ਗਿਆ, ਮਨਾ ਮੈਂ ਸੱਚੀਓ ਇੱਥੇ ਰਿਹਾ। ਉਹਨੂੰ ਸਾਰੀਆਂ ਯਾਦਾਂ ਯਾਦ ਆਉਣ, ਤੇ ਉਹ ਘਰ ਦੇ ਪਰਿਵਾਰ ਆ ਗਿਆ, ਲੋਕ ਆ ਗਏ ਇਕੱਠੇ ਹੋ ਕੇ, ਉਹਨੂੰ ਫੜ ਕੇ ਨਾਲ ਲੈ ਗਏ। ਕਹਿੰਦੇ, ਤੂੰ ਤਾਂ ਫਲਾਨਾ ਬੰਦਾ ਸਾਡਾ ਯਾਰ, ਤੇ ਤੈਨੂੰ ਤਾਂ ਅਸੀਂ ਦੱਬ ਕੇ ਆਏ ਸੀ ਪਰਸੋਂ। ਤੇ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ, ਪੰਜਵੇਂ ਪਾਤਸ਼ਾਹ ਨੂੰ, ਕਹਿੰਦੇ ਭਾਈ ਰਾਜਾ ਹਰੀ ਸੈਣ ਤਾਂ ਫਸ ਗਿਆ, ਚਲੋ ਜਾ ਕੇ ਲੈ ਕੇ ਆਈਏ। ਜਦੋਂ ਗੁਰੂ ਸਾਹਿਬ ਆਏ, ਗੁਰੂ ਸਾਹਿਬ ਨੇ ਕਿਹਾ, ਬਈ ਭਾਈ ਜਿੱਥੇ ਤੁਸੀਂ ਦੱਬਿਆ ਸੀ ਆਪਦਾ ਬੰਦਾ, ਉੱਥੇ ਵੇਖੋ ਪਹਿਲਾਂ। ਜਦੋਂ ਉਹਨਾਂ ਨੇ ਵੇਖਿਆ, ਬੰਦਾ ਉੱਥੋਂ ਨਿਕਲਿਆ ਆ, ਤੇ ਗੁਰੂ ਸਾਹਿਬ ਉਹ ਰਾਜੇ ਨੂੰ ਛਡਾ ਕੇ ਲਿਆਏ। ਤੇ ਗੁਰੂ ਸਾਹਿਬ ਕਹਿਣ ਲੱਗੇ, ਰਾਜਾ ਵੇਖਿਆ ਗੁਰੂ ਘਰ ਆਉਂਦਾ, ਇਹ ਤੈਨੂੰ ਨਰਕ ਮਿਲਣਾ ਸੀ ਹੁਣ, ਤੇ ਤੂੰ ਗੁਰੂ ਨਾਨਕ ਦੇ ਘਰ ਵਿੱਚ ਆਇਆ, ਤੇ ਹੁਣ ਭਾਈ ਤੇਰਾ ਨਰਕ ਕੱਟਿਆ ਗਿਆ, ਸੁਪਨੇ ਵਿੱਚ ਹੀ ਕੱਟਿਆ ਗਿਆ ਰਾਤ ਨੂੰ। ਤੇ ਇਸ ਤਰ੍ਹਾਂ ਭਾਈ ਜਿਵੇਂ ਤਪੋਂ ਰਾਜ ਤੇ ਰਾਜੋਂ ਨਰਕ, ਜੇ ਰਾਜ ਭਾਗ ਵਾਲਾ ਬੰਦਾ ਜੇ ਚੰਗੇ ਕੰਮ ਨਹੀਂ ਕਰਦਾ ਤਾਂ ਉਹਨੂੰ ਫਿਰ ਨਰਕ 'ਚ ਜਾਣਾ ਪੈਂਦਾ। ਜੇ ਚੰਗੇ ਕੰਮ ਕਰਦਾ ਤਾਂ ਫਿਰ ਭਾਈ ਉਹਨੂੰ ਫਿਰ ਰਾਜ ਭਾਗ ਮਿਲ ਜਾਂਦਾ। ਇਸ ਲਈ ਭਾਗਾਂ ਵਾਲਿਓ, ਆਪਾਂ ਹੁਣ ਇਕੱਠਾ ਹੀ ਨਿਉਂਦਾ ਪਾ ਲਈਏ। ਜਿੰਨੀਆਂ ਵੀ ਸੰਗਤਾਂ ਸਾਰੀਆਂ, ਤੇ ਆਪਣੇ ਹੱਥ ਬਾਹਰ ਕੱਢ ਲਓ। ਤੇ ਇਸ ਤਰ੍ਹਾਂ ਇੱਕ ਤਾਂ ਆਪਾਂ ਹੋਰ ਸੰਗਤ ਨੂੰ, ਬਾਬਾ ਜੀ ਕਹਿੰਦੇ, ਜੇ ਤਾਂ ਇੱਕ ਬੰਦੇ ਨੂੰ ਗੁਰੂ ਘਰ ਵਿੱਚ ਜੋੜ ਦਈਏ, ਜਿਹੇ ਜੀ 100 ਗਊ ਦਾਨ ਕਰ ਦਿੱਤੀ, ਜਿਹੇ ਜਿਹਾ ਇੱਕ ਬੰਦੇ ਨੂੰ ਜੋੜ ਦਿੱਤਾ। ਜੇ ਨਿੰਦਿਆ ਕਰਕੇ ਤੋੜ ਦਈਏ, ਜਿਹੇ ਜੀ 100 ਗਊ ਮਾੜੇ ਪਾਸੇ ਦੇ ਦਿੱਤੀ, ਜਿਹੇ ਜਿਹਾ ਇੱਕ ਬੰਦੇ ਨੂੰ ਤੋੜਤਾ। ਹੁਣ ਕਿੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਸੋਨੂੰ ਗੱਡੀਆਂ ਮੋਟਰਾਂ ਵੀ ਆਮ ਦੇ ਦਿੱਤੀਆਂ, ਤੇ ਹੋਰ ਸੰਗਤਾਂ ਨੂੰ, ਸੰਗੀਆਂ ਸਾਥੀਆਂ ਨੂੰ ਨਾਲ ਲਿਆਇਆ ਕਰੋ, ਤੇ ਨਾਲੇ ਭਾਈ ਉਹ ਵੀ ਸੰਗਤ ਕਰਨ। ਜਿੰਨੀਆਂ ਵੀ ਸੰਗਤਾਂ ਅੱਜ ਪੂਰਨਮਾਸੀ 'ਤੇ ਆਏ ਹੋ, ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹੋ। ਤੇ ਬਾਬਾ ਜੀ ਕਹਿੰਦੇ ਭਾਗ ਬਣਾਇਆ ਬਣਦੇ ਆ, ਘਰ ਬੈਠਿਆਂ ਭਾਗ ਨਹੀਂ ਬਣਦੇ। ਜਿਹੜੇ ਚੱਲ ਕੇ ਆਏ ਆ ਉਹਨਾਂ ਦੇ ਭਾਗ ਬਣਦੇ ਆ। ਤੇ ਆਪਾਂ ਸਾਰੇ ਜਾਣੇ ਜਿੰਨੀਆਂ ਵੀ ਸੰਗਤਾਂ ਆਏ ਹੋ, ਬਾਹਾਂ ਖੜੀਆਂ ਕਰਕੇ ਪਿਆਰ ਦਾ ਸਬੂਤ ਦੇਈਏ। ਬਾਹਾਂ ਢਿੱਲੀਆਂ ਨਹੀਂ ਕਰਨੀਆਂ। ਬਾਬਾ ਜੀ ਦਾ ਵਚਨ ਹੈ, ਬਾਂਹ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੇ ਬਾਂਹ ਨਾ ਸੋਢੀਆ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈ ਹੈ ਧਰਮ ਨਾ ਸੋਢੀਆ। ਆਪਾਂ ਆਪਣਾ ਧਰਮ ਛੱਡਣਾ ਨਹੀਂ, ਕਿਸੇ ਦੇ ਧਰਮ ਨੂੰ ਠੇਸ ਨਹੀਂ ਮਾਰਨੀ। ਹਾਂ ਸਾਬਾਸੇ, ਫਿਰ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ